ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਰਦ ਅਗੰਬੜੇ ਸਤਿਗੁਰਾਂ ਜੀ ਦੇ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜ਼ਿੰਦਗੀ ਦੀਆਂ ਘੜੀਆਂ ਬੜੀਆਂ ਅਮੋਲਕ ਨੇ। ਜਦੋਂ ਸਤਿਗੁਰੂ ਜੀ ਦੀ ਯਾਦ ਵਿੱਚ ਜੁੜ ਜਾਈਏ ਉਹ ਹੋਰ ਵੀ ਅਮੋਲਕ ਤੇ ਸਫਲੀਆਂ ਹੋ ਜਾਂਦੀਆਂ। ਮਹਾਰਾਜ ਜੀ ਦੇ ਪਵਿੱਤਰ ਦਰਬਾਰ ਅੰਦਰ ਆਪ ਜੀ ਬਹੁਤ ਸ਼ਰਧਾ ਨਾਲ ਪਿਆਰ ਨਾਲ ਸਜੇ ਬੈਠੇ ਹੋ। ਮਹਾਰਾਜ ਦੀ ਪਵਿੱਤਰ ਬਾਣੀ ਦੀ ਕਥਾ ਦਾ ਸਮਾਂ ਹੈ। ਸਤ ਸੰਗਤ ਜੀ, ਅੱਜ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਗੁਰਦੁਆਰਾ ਸ਼ੀਸ਼ ਮਹਿਲ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਸ਼੍ਰੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਉਦਰ ਤੋਂ, ਜਿਸ ਸਮੇਂ ਮਾਤਾ ਕ੍ਰਿਸ਼ਨ ਕੌਰ ਜੀ ਨੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਇੱਛਾ ਕੀਤੀ। ਦਾਸੀ ਮਹਾਰਾਜ ਜੀ ਦੇ ਪਾਸ ਸੁਨੇਹਾ ਲੈ ਕੇ ਆਈ ਮਾਤਾ ਜੀ ਦਾ। ਸਤਿਗੁਰਾਂ ਨੇ ਜਾਣਿਆ ਕਿ ਪੁੱਤਰ ਦੀ ਇੱਛਾ ਕਰਦੇ ਹੈ। ਮਹਾਰਾਜ ਜੀ ਨੇ ਤੇ ਸਮੇਂ ਮੂਲ ਮੰਤਰ ਦਿੱਤਾ, ਆਖਿਆ ਕਿ ਇਸ ਨੂੰ ਕੋਲ ਕੇ ਛਕ ਲਓ। ਮਾਤਾ ਜੀ ਨੇ ਮਨ ਵਿੱਚ ਸੋਚਿਆ ਸੀ ਦਰਸ਼ਨ ਮੰਗੇ ਸੀ, ਮਹਾਰਾਜ ਜੀ ਨੇ ਸਾਨੂੰ ਦੀਦਾਰ ਨਹੀਂ ਦਿੱਤਾ। ਉਹ ਮਾਤਾ ਰਾਮ ਕੌਰ ਜੀ ਨੇ ਤੇ ਸਮੇਂ ਸ਼ਰਧਾ ਕਰਕੇ ਉਹ ਜਲ ਛਕ ਲਿਆ ਤੇ ਫਿਰ ਬਾਬਾ ਰਾਮ ਰਾਏ ਦਾ ਜਨਮ ਹੋਇਆ ਸੀ। ਮਾਤਾ ਜੀ ਦੇ ਮਨ ਵਿੱਚ ਫਿਰ ਬੜਾ ਤੇ ਸਮੇਂ ਝੋਰਾ ਲੱਗਾ ਕਿ ਬਖਸ਼ਿਸ਼ ਮਹਾਰਾਜ ਸਾਡੇ ਤੇ ਕਰਨੀ ਸੀ, ਸਾਡੇ ਤੋਂ ਭੁੱਲ ਹੋਈ ਹੈ। ਫਿਰ ਮਹਾਰਾਜ ਤੋਂ ਮਾਫੀ ਮੰਗੀ। ਸਤਿਗੁਰਾਂ ਨੇ ਫਿਰ ਮੂਲ ਮੰਤਰ ਬਖਸ਼ਿਸ਼ ਕੀਤਾ, ਆਖਿਆ ਤੁਸੀਂ ਇਸ ਨੂੰ ਕੋਲ ਕੇ ਛਕੋ। ਜਦੋਂ ਸਾਧ ਸੰਗਤ ਜੀ ਛਕਿਆ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ। ਗਰੀਬ ਨਵਾਜ ਗੁਰਦੁਆਰਾ ਜੋ ਸ਼ੀਸ਼ ਮਹਿਲ ਹੈ, ਇਸ ਸਥਾਨ ਤੇ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਜਿਸ ਵਕਤ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਇਆ ਏ, ਪਹਿਰ ਰਾਤ ਦਾ ਸਮਾਂ ਸੀ। ਸਤਲੁਜ 2 ਘੜੀਆਂ ਸਾਧ ਸੰਗਤ ਜੀ ਦੁੱਧ ਦਾ ਵਗਿਆ। ਗੁਰਸਿੱਖਾਂ ਨੇ ਗੜਵੇ ਭਰ ਕੇ ਲਿਆਂਦੇ। ਮਹਾਰਾਜ ਗੁਰੂ ਹਰਿਰਾਏ ਸਾਹਿਬ ਨੂੰ ਦੱਸਿਆ, ਸੱਚੇ ਪਾਤਸ਼ਾਹ ਅੱਜ ਬੜੀ ਅਦੁੱਤੀ ਕਲਾ ਵਰਤੀ ਹੈ। ਮਹਾਰਾਜ ਇਸ਼ਨਾਨ ਕਰਨ ਗਏ ਤੇ ਸਤਲੁਜ ਤਾਂ ਮਹਾਰਾਜ 2 ਘੜੀਆਂ ਦੁੱਧ ਦਾ ਹੀ ਵਗਦਾ ਰਿਹਾ। ਵੇਖੋ ਅਸੀਂ ਦੁੱਧ ਦੇ ਗੜਵੇ ਭਰ ਲਿਆਏ ਹਾਂ। ਹਜ਼ੂਰ ਨੇ ਤੇ ਸਮੇਂ ਕਿਹਾ, ਗੁਰਸਿੱਖੋ ਇਹ ਪ੍ਰਕਿਰਤੀ ਖੁਸ਼ੀ ਪ੍ਰਗਟ ਕਰਦੀ ਹੈ। ਮਹਾਰਾਜ ਜੀ ਨੇ ਭੇਦ ਨਹੀਂ ਪ੍ਰਗਟ ਕੀਤਾ। ਹਜ਼ੂਰ ਜਾਣਦੇ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਗੱਦੀ ਦੇ ਉੱਤੇ 8ਵੇਂ ਥਾਂ ਤੇ ਬੈਠਣਾ ਹੈ, ਉਹ ਧਰਤੀ ਤੇ ਆਏ ਹੈ। ਇਸ ਕਰਕੇ ਪ੍ਰਕਿਰਤੀ ਨੇ ਖੁਸ਼ੀ ਕੀਤੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ, ਸਾਧ ਸੰਗਤ ਜੀ ਆਪਾਂ ਸਭ ਇਤਿਹਾਸ ਜਾਣਦੇ ਹਾਂ। ਬਾਬਾ ਰਾਮ ਰਾਏ ਜੀ ਬੇਮੁਖ ਹੋ ਗਏ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਹੀਂ ਕਿ ਪਹਿਲਾਂ ਹੀ ਸ਼ਾਇਦ ਰਾਮ ਰਾਏ ਬੇਮੁਖ ਹੋਣ ਕਰਕੇ ਫਿਰ ਕੋਈ ਹੋਰ ਚਾਰਾ ਨਹੀਂ ਸੀ ਤਾਂ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਹੈ, ਐਸੀ ਬਾਤ ਨਹੀਂ ਸੀ। ਕਾਬਲ ਤੋਂ ਇੱਕ ਸਿੱਖ ਆਇਆ, ਇਤਿਹਾਸ ਜ਼ਿਕਰ ਕਰਦਾ ਹੈ, ਉਸਨੇ ਮਹਾਰਾਜ ਦੇ ਦਰਸ਼ਨ ਕੀਤੇ, ਸੰਗਤ ਵਿੱਚ ਰਿਹਾ। ਤੁਰਨ ਲੱਗੇ ਨੇ ਜਦੋਂ ਇਜਾਜ਼ਤ ਮੰਗੀ ਤੇ ਮਹਾਰਾਜ ਨੂੰ ਬੇਨਤੀ ਕਰਦਾ, ਸਤਿਗੁਰੂ ਮੇਰੀ ਇੱਕ ਇੱਛਾ ਹੈ ਮਹਾਰਾਜ, ਜੇ ਪੂਰੀ ਕਰੋ ਤਾਂ। ਮਹਾਰਾਜ ਕਹਿੰਦੇ, ਦੱਸ ਪਈ ਸਿੱਖਾ ਕੀ ਇੱਛਾ ਹੈ ਤੇਰੀ? ਹਜ਼ੂਰ ਮੈਂ ਦੂਰ ਦੇਸ਼ ਤੋਂ ਆਇਆ, ਖਬਰੇ ਕਦੋਂ ਦਰਸ਼ਨ ਕਰਨ ਫੇਰ ਆਵਾਂ।
महाराज आप कृपा करके मैनू ये दस दिओ कि आप अपने किहड़े साहबजादे नूं गुरियाई अगों दिओगे। हजूर हस पे। महाराज कहंदे तां गुप्त गल हुंदी है, महाराज आप सिखां दीआं भावनावां पूर दिओ, कृपा करके महाराज मेरे ताईं एक गुप्त गल प्रगट कर दिओ। सतगुरु जी सिख दी इच्छा जान के महाराज कहंदे अच्छा बई जे तेरी ये इच्छा है कर तू मैं लोहे दी सूई लै जा ते साडे साहबजादे जिथे बाणी पढ़दे है मत्था टेक के बैठ जाई पोथी साहब नूं ते ये सूई जदों तू मंजी साहब दे पावे नूं लावेंगा ना, जिथे तेरे हथों सूई छुट के पावे च घल जाएगी, जानी कि वह गुरियाई दे मालक होणगे। सिख सूई लैके चले गया। बाबा राम राय गुरु पुत्र बाणी पढ़ रहे, मंजी साहब ते पोथी साहब प्रकाश करके दर्शन करके बाबा राम राय दे ते सिख नूं बड़ी प्रसन्नता हुई। बड़ी सुरीली आवाज विच बाबा राम राय जी बाणी पढ़दे है, बड़ा मन टिकिया है। बैठ गए मत्था टेक के, फिर सूई जिहड़ी लिआंदी सी वो पावे नूं लाउण मंजी साहब दे लक्कड़ दे पावे नूं, पर सूई घले ही ना विच। सिख बड़ा हैरान कि किन्ना सुंदर स्वरूप है, महाराज दे वड्डे पुत्र ने इन्नी सुरीली बाणी पढ़दे है, सूई क्यों नहीं घलदी। पर उठ के फिर तुर पे। फिर उत्थे आए जिथे बाला प्रीतम धन गुरु हरकृष्ण साहब सच्चे पातशाह महाराज बाणी पढ़ रहे है। हजूर दे श्रीकंठ तो जदों बाणी सुनी है, पहला तो दर्शन वेख के सिख नूं सुध बुद्ध ही भुल गई। महाराज जी का एडा दर्शन आकर्षित कर देने वाला है। फिर जदों बाणी सुन रहा है, उन्होंने देश काल वस्तु भुल ही गया कि मैं किहड़े काम आया। मत्था टेक के बैठ गया। बाणी दे विच इहो जी सुरत लगी कि उन्होंने चेता ही भुल गया। जदों कई चिर बैठण तो फिर उन्होंने सुरत आई कि मैं तां परखण लई आया सां, गुरु साहब ने सूई दिती है। फिर जिस मंजी साहब ते सतगुरु जी पोथी साहब प्रकाश करके हजूर बाणी पढ़ रहे सी, जदों सूई उस मंजी साहब नाल लाई ते सूई उसे समय हाथ चों निकल के पावे च घल गई। उसे वेले हैरान हो गया सिख वेख के, मत्था टेकिया, सतगुरां दे कोल आके नमस्कार कीती। महाराज आपने मैनू अपने 8वें स्वरूप का दर्शन बख्श दिता है। सच्चे पातशाह आप जी ने बड़ी रहमत कीती है। हजूर ने कहा यह गुप्त हुंदा बचन, तू प्रगट ना हुण करी, समा आउण ते प्रगट होवेगा। गुरु हरकृष्ण साहब सच्चे पातशाह महाराज गुरियाई दे मालक होए। सतगुरु जी 5 साल की अवस्था सी सतगुरु जदों गुरता दे तखत ते सजे। महाराज सच्चे पातशाह ने किवें जिथे साध संगत जी पंजोखरा साहिब स्थान ते उस पंडित दा किवें मान तोड़िया सी। महाराज ने छजू चूर तो श्रीमद भागवत गीता दे अर्थ करवा के महाराज दिल्ली च चरण पाए। इत्थे सतगुरां ने जड़ियां चेचक दियां कोड़ दियां बीमारियां सी सारियां सतगुरां ने चक दित्तियां। गुरु हरराय साहब जी महाराज प्रतिज्ञा की सी कि नह मलेश को दर्शन दे है, नह मलेश के दर्शन ले है। ते गुरु हरकृष्ण साहब जी महाराज भी ये प्रतिज्ञा कर ली सी कि असी भी तुर्क दे जिहड़ा मथे नहीं लगना, असी दर्शन नहीं देना इस जालम तुर्क बादशाह नूं। महाराज जी की यह प्रतिज्ञा जदों हजूर दिल्ली आए, नरंगे ने बड़ी वारी तोड़न का यत्न किया कि मैं प्रतिज्ञा तोड़ दिया। सतगुरु तां अंतरजामी ने महाराज सच्चे पातशाह जी जां तां उस दिन महिलां च ही सतगुरु जी अंदरों ही ना बाहर आउंदे, जब सतगुरु जी सन करा देंदे, पर्दा करा देंदे। राजा जय सिंह सवाई दा साध संगत जी वह बंगला सी जिथे हजूर दे चरण पाए, अज गुरुद्वारा बंगला साहिब बनया है। इहदी राणी ने भी परख की सी कि सतगुरु उम्र बड़ी निक्की है, वेखिए इन्हां च शक्ति है कि नहीं है। ओदी पटराणी गोलियां वाले कपड़े पा के माले कुचाले पिछे बैठ गई सी ते उस समय पुछदे महाराज पटराणी कौन है। सतगुरु जी सब दे शीश दे उत्ते छिटी
फुल्लां वाली रखदे हुंदे सी महाराज हस्त कमलां च, सब दे सिर ते रखदे गए। ये भी पटराणी नहीं, ये भी पटराणी नहीं। पिछे जिथे पटराणी बैठी हुई गोलियां वाले मैले कुचैले कपड़े पा के हजूर ने श्री सिर ते जा रखी। महाराज कहंदे पटराणी तो गोलियां वाले कपड़े क्यों पाए है, दासियां वाले कपड़े क्यों पाए है। महाराज दे चरनां ते टै पे राजा जय सिंह सवाई सच्चे पातशाह माफ कर दे, ने परख करन दा हिया कीता। सच्चे पातशाह जी हजूर ने दिल्ली दे अंदर बहुत भारी साध संगत जी रहमतां बरताइयां। कई इहो जे कोड़ी, एक ब्राह्मण कोड़ी सी जिहदा सच्चे पातशाह ने गुरबख्श नूं रुमाल दे के क्या आख्या, भाई गुरबख्श ले दे शरीर ते फेर दे, जिधर दी रुमाल लंघ गया सारा कोड़ ही ला के महाराज रख दिता सच्चे पातशाह ने। ताइयों गुरु कलगीधर जी ने वाक कहे है कि श्री हर कृष्ण ते आई है, जिस डिठे सब दुख जाए। एहो जिहा दर्शन सी गुरु महाराज जी दा कि हजूर दा दर्शन वेख के दुख नाश हो जांदे। फिर सच्चे पातशाह जी महाराज जदों ज्योति जोत समाए है सतगुरु जी नरंगा महाराज जी दे परतग्या नूं कहंदा सी तोड़ देंगा, शरीर दा ही दर्शन कर लियांगा। महाराज जी जदों ज्योति जोत समाउणा सी, सारी दिल्ली दी संगत ने भाई गुरबख्श मसंद ने आख्या महाराज आप ज्योति जोत समाउण लगे हो, महाराज सानू किहदे लड़ ला के चले हो। सतगुरु आख्या भी असीं ये भी रस्म कर देंगे, करो तैयारी। दीवान सजिया। सतगुरु महाराज सच्चे पातशाह ने उस दिन तखत दे उत्ते सतगुरु जी आप नहीं सजे, तखत नूं मत्था टेकिया, गुरियाई तखत नूं ते मत्था टेक के महाराज गुरु हरकृष्ण साहब जी, गुरु तेग बहादुर साहब जी महाराज दियां परिक्रमा कर रहे सच्चे पातशाह। बाबा बकाला विच जो सतगुरु जी सजे ने, गुरु तेग बहादुर साहब जी महाराज ने भी दिल्ली तो ही ध्यान नाल परिक्रमा करके गुरियाई भेजी सी 10वें पातशाह नूं। इवें गुरु हरकृष्ण साहब जी महाराज हजूर ने तखत दियां 4 परिक्रमा करके मत्था टेकिया, नारियल ते 5 पैसे भेंट करके अपने मुख तो वाक किया, बाबा बसह ग्राम बकाले, बल गुर संगत आप संभाले। फिर महाराज जी ने गुरु अमरदास साहब दे वंशज भाई गुरदिता जी होए ने, उन्हां नूं 5 पैसे ते नारियल नाल गुरबख्श मसंद नूं आग्या कीती कि साडा नामा स्वरूप भोरा साहब दे विच ने, बाबा बकाला साहब दे अंदर जाओ, ये गुरियाई उन्हां नूं अर्पण करनी, उन्हां नूं सौंपनी। ये रस्म करके सतगुरु जी फिर बाला साहब वाले स्थान ते गरीब नवाज ज्योति जोत समाए। सारी रात कीर्तन होया। नरंगा जदों आखिरी बार महाराज जी दे शरीर तो पर्दा चक के हजूर दी परतग्या तोड़न लगा ते इतिहास ने दसिया कि उस पर्दे नूं, उस कपड़े नूं हाथी पाया सी नरंगे ने ते गश खा के धरती ते डिग पिया सी। हजूर दी परतग्या नहीं सी तोड़ सकिया। महाराज जी दा प्रतख तां शरीर हुंदियां, महाराज सच्चे पातशाह जी दे हुंदियां दर्शन तां की कर सकना सी। महाराज जी दे सचखंड गया भी शरीर दा दर्शन भी नहीं सी कर सकिया नरंगा। इउं गुरु हरकृष्ण साहब सच्चे पातशाह महाराज 7 साल 8 महीने ते 26 दिन दी हजूर ने ये सारी शरीरक आजू भोगी है। जिवें चढ़दा सूरज हनेरा चक दिंदा है, सच्चे पातशाह ने गुरसिखां दे अंदरों अज्ञानता दा, वकारां दा हनेरा चक दिता। सच्चे पातशाह जी महाराज ने हजूर दा अज प्रकाश गुरपुरब है। आप सब संगतां नूं महाराज दे प्रकाश गुरपुरब दीआं सवास सवास वधाइयां होण। महाराज सच्चे पातशाह दे चरनां च अरदास करिए, सतगुरु आप जी दे दर्शन वेखदे ही दुख टुटदे आ। महाराज सानू अपना अंदर दर्शन बख्शो कि साडा महाराज औगणा दे सारे रोग टुट जाण। साडा भी मन महाराज सिੱਖੀ दे प्यार विच नरोआ होवे। महाराज साडे ते रहमत करो। आप ते गूंगियां तो बोलियां तो अर्थ करा देण वाले हो सच्चे पातशाह, साडे मूर्खां ते किरपा करो। अपनी महाराज सच्चे पातशाह जी जो घर दी विद्या है उस ओदा ज्ञान सानू महाराज बख्शिश करो। गुण पा के निमरता नाल साडा हृदय झुक जावे। महाराज ऐसी बख्शिश करो। इस सतगुरां दे कोलों आपां दात मंगीए। आओ प्यार नाल महाराज दे अमृत उपदेश दी कथा सरवण करिए। महाराज जी दे पवित्र चरनां दा ध्यान करदे होए आखो जी सतनाम
श्री वाहेगुरु साहिब जी। सतनाम श्री वाहेगुरु जी। श्लोक महला पहला। धन गुरु नानक देव सच्चे पातशाह महाराज जी हजूर ਇਹ ਆਸਾ ਦੀ ਵਾਰ ਦਾ 17ਵਾਂ ਸ਼ਲੋਕ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜੇ ਮੋਹਾ ਕਾ ਘਰ ਮੋਹਾ। ਸਾਧ ਸੰਗਤ ਜੀ ਇਹ ਪਵਿੱਤਰ ਸ਼ਬਦ ਜਗਤ ਗੁਰੂ ਜੀ ਨੇ ਲਾਹੌਰ ਵਿੱਚ ਉਚਾਰਨ ਕੀਤਾ। ਸੱਚੇ ਪਾਤਸ਼ਾਹ ਨੇ ਦੁਨੀ ਚੰਦ ਦੇ ਘਰ ਵਿਖੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜਦੋਂ ਇਧਰੋਂ ਦੇਸ਼ਾਂ ਦਸ਼ਾਂਤਾਂ ਦਾ ਰਟਨ ਕਰਦੇ ਹੋਏ ਮਹਾਰਾਜ ਜੀ ਰਾਵੀ ਦੇ ਕੰਢੇ ਤੇ ਆ ਕੇ ਸਜੇ। ਉਥੇ ਇੱਕ ਬ੍ਰਾਹਮਣ ਦਾ ਪਖੰਡ ਮਹਾਰਾਜ ਜੀ ਨੇ ਉਗੇੜਿਆ, ਜਿੱਥੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਕਾਲ ਨਾਹੀਂ ਜੋਗ ਨਾਹੀਂ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀਗੀ। ਫਿਰ ਜਦੋਂ ਮਹਾਰਾਜ ਜੀ ਇੱਥੇ ਲਾਹੌਰ ਆਏ ਆ ਤੇ ਸਤਿਗੁਰਾਂ ਜੀ ਦੇ ਆਉਣ ਬਾਰੇ ਦੁਨੀ ਚੰਦ ਨੂੰ ਪਤਾ ਲੱਗਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਲਾਹੌਰ ਆਏ ਆ। ਇਹਨੇ ਆਪਣੇ ਭਰਾਵਾਂ ਨੂੰ, ਦੋ ਭਰਾ ਸੀ ਇਸ ਦੇ, ਮੰਗੂ ਤੇ ਭਾਗੂ, ਉਹਨਾਂ ਨੂੰ ਕਿਹਾ ਕਿ ਜਾਓ ਆਪਾਂ ਘਰ ਵਿੱਚ ਆਪਣੇ ਪਿਤਰਾਂ ਦਾ ਸ਼ਰਾਧ ਕਰ ਰਹੇ ਆ ਤੇ ਕਿੱਡਾ ਸੋਹਣਾ ਮੌਕਾ ਹੈ, ਗੁਰੂ ਨਾਨਕ ਸਾਹਿਬ ਜੀ ਚੱਲ ਕੇ ਆਏ ਸੱਚੇ ਪਾਤਸ਼ਾਹ ਤੇ ਹਜੂਰ ਦੇ ਵੀ ਆਪਾਂ ਚਰਨ ਪਵਾਈਏ। ਜਾਓ ਤੁਸੀਂ ਮਹਾਰਾਜ ਜੀ ਨੂੰ ਘਰ ਲੈ ਕੇ ਆਓ। ਇਉਂ ਮੰਗੂ ਤੇ ਭਾਗੂ ਇਹ ਦੋਵੇਂ ਗਏ, ਸਤਿਗੁਰਾਂ ਜੀ ਨੂੰ ਮੱਥਾ ਟੇਕਿਆ। ਗਰੀਬ ਨਵਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੇ ਗ੍ਰਹਿ ਵਿਖੇ ਚਰਨ ਪਾਓ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਠੇ, ਗਰੀਬ ਨਵਾਜ ਪ੍ਰੇਮ ਨਾਲ ਇਹਨਾਂ ਬੇਨਤੀ ਕੀਤੀ। ਸਤਿਗੁਰੂ ਜੀ ਚੱਲ ਪਏ। ਦੁਨੀ ਚੰਦ ਦੇ ਘਰ ਵਿਖੇ ਕਾਫੀ ਰੌਣਕ ਲੱਗੀ ਹੋਈ ਸੀ, ਬਹੁਤ ਲੋਕ ਪ੍ਰਸ਼ਾਦ ਛਕ ਰਹੇ ਸੀ। ਸਤਿਗੁਰਾਂ ਜੀ ਨੂੰ ਇਹਨਾਂ ਨੇ ਸਤਿਕਾਰ ਦੇ ਨਾਲ ਮੰਜੀ ਸਾਹਿਬ ਤੇ ਬਿਠਾਇਆ, ਜਿੱਥੇ ਸਾਧ ਸੰਗਤ ਜੀ ਮਹਾਰਾਜ ਸਜੇ ਸੀ। ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੀ ਲਾਹੌਰ ਦੇ ਅੰਦਰ, ਪਰ ਦੇਸ਼ ਦੀ ਵੰਡ ਵੇਲੇ ਹੀ ਉਸ ਸਮੇਂ ਤੁਰਕਾਂ ਨੇ ਇਹ ਗਿਰਾ ਦਿੱਤਾ ਸੀ ਮਹਾਰਾਜ ਦਾ ਸਥਾਨ। ਹੁਣ ਤਾਂ ਪਤਾ ਨਹੀਂ ਕੋਈ ਚਿੰਨ ਹੋਣ ਜਾਂ ਨਾ ਹੋਣ, ਪਰ ਦਾਸ ਨੇ ਦਰਸ਼ਨ ਨਹੀਂ ਕੀਤੇ। ਲਾਹੌਰ ਦੇ ਅੰਦਰ ਇਹ ਮਹਾਰਾਜ ਦਾ ਪਵਿੱਤਰ ਸਥਾਨ ਦੁਨੀ ਚੰਦ ਦੇ ਗ੍ਰਹਿ ਵਿਖੇ ਬਹੁਤ ਸੁੰਦਰ ਸਥਾਨ ਸੀਗਾ। तो गरीब नवाज सच्चे पातशाह जी महाराज जी ने ते समय पूछया, दुनी चंद ने जदों आके मत्था टेकिया, महाराज जी कहंदे दुनी चंद आ कठ बड़ा है। महाराज मैं अपने पितरां दा श्राद्ध कर रहा। सच्चे पातशाह हजूर कहन लगे कि दुनी चंद ये श्राद्ध करन नाल की हुंदा है? महाराज जो अपने पितरां दे निमित्त खवाइए तो वह पितरां नूं अगे मिलदा है। ये महाराज सानू ब्राह्मण कहंदे आ, दसदे आ। सतगुरु जी कहंदे तेरे पिता नूं मिल गया है, तू अपने पिता दे निमित्त कर रहा, तेरे पिता नूं मिल गया है? कहंदा महाराज मैनू तां नहीं पता। सतगुरु कहंदे तेरा पिता तां इत्थों 4 कोह दी दूरी दे उत्ते जंगल विच महाराज कहंदे 7 दिन दा भुखा बघियाड़ बणिया बैठा है। 7 दिन उन्होंने हो गए, कुछ खाण नूं नहीं मिलिया ते तू इत्थे पितरां दे निमित्त श्राद्ध कर रहे हैं। महाराज साहब जी नूं कहंदा सतगुरु मैनू हुण की आग्या है? महाराज कहंदे जा तू अपने पिता कोल जा, गरीब नवाजू तां बघियाड़ मैनू खा जाएगा। सतगुरु जी कहंदे शरधा कर नहीं खाएगा, जदों तू उहदे सामने होएगा ना उसे समय उहदी देह पलट जाएगी। महाराज जी की आग्या मन के दुनी चंद चले गया। जदों ने वेख्या वाकई झाड़ियां दे ओले एक बड़ा खूंखार बघियाड़ बैठा। एक बार वेख के डरिया दुनी चंद, पर हजूर दे बचनां नूं संभालदियां होया बड़े हिम्मत नाल जदों अगे होया की वेखदा बघियाड़ उठिया पहला, पर जदों ने दुनी चंद वल चंगी तरह तकिया उसे समय उहदी देह पलट गई, दिव्य रूप हो गया। जदों दिव्य रूप विच प्रकाश रूप विच सामने आया, दुनी चंद कहन लगा पिता तू तो बड़ा धर्मात्मा सी, कहंदा वासना करके मैनू ये बघियाड़ जून मिली है, ते कहंदा तेरी देह किवें पलट गई है? उस समय उहदे पिता ने कहा दुनी चंद
तू गुरु नानक साहब दा दर्शन कीता है ते तेरे दर्शन वेख के मेरी देह पलट गई है। वेख लै जे मैनू सीधा गुरु नानक साहब दा दर्शन हुंदा ते किड्डे मेरे भाग चंगे हुंदे। तू गुरु नानक साहब दा दर्शन करके आया, उन्हां दे दर्शनां दा अक्ष तेरे विच होण करके तेरे दर्शन वेख के मैं बगियाड़ जून तो छुट गया। हुण मैं सदगति पा के परलोक नूं चलिया। पुत्र गुरु नानक साहब दे चरण ना छड्डी, जे मुक्ति चाहुंदा है तां। दुनी चंद मोड़ आया घर नूं, सतगुरां दे चरनां ते लिपट गया, सारी वारता दसी। ये मांगू ते भागू इहदे दोवें भरा सतगुरां दे हजूर कहण लगे, महाराज आप किरपा करके दसो। महाराज जी साडा पिता 7 दिन दा भुखा सीगा ते असीं ये तां श्राद्ध कर रहे हैं, पितरां नूं पहुंच रहा है। आप महाराज सच्चे पातशाह जी की इस दे बाबत तुहाडी की सिੱਖਿਆ है? क्योंकि ब्राह्मण तां सानूं कहंदे आ भी चाहे चोरी करके श्राद्ध करो, चाहे कपट करके ठगी करके छल करके श्राद्ध करो, पितरां दे निमित्त चूड़ियां छडाउणियां चाहीदियां ते जो करे फिर वो पितरां नूं अगे मिलदा है। महाराज दी बाणी दी गवाही है साध संगत जी। जिवें कबीर साहब जी एक घर दे मूहरियों लंघिया करदे ते उन्हां दा बजुर्ग वो पानी मंगिया करदा ते ओनू उच्ची उच्ची वो कहा करदे कि तू रौला की पाउंदा रहिना, आप उठ के फड़ लै पी लै मर लै। ते रोटी भी ना दिया करदे, तड़फिया करदा। ते जिद्दण वो चढ़ाई कर गया ते कबीर साहब नूं निंदा देण आए। कहंदे कबीर जी साडे घर प्रसाद पाउण आओ। कहंदे की गल है भाई? कहंदे महाराज अज साडे पिता दा श्राद्ध है। ते कबीर साहब ने उदों फिर वाक कैसी, जीवत पितर न मानै को मुए श्राद्ध कराही, पितर भी बपरे कहो क्यों पावै, कौआ कूकर खाही। कबीर साहब जी कहंदे जिउंदे तां पिओ मन्निया नहीं, जीवत पितर न मानै को, जिउंदे ने ध्याए मर जांदे कई बजुर्ग विचारे, जबान बंद हुंदी बोल भी नहीं ना सकदे। वो औलाद बहुत घट हुंदी जिहड़े अपने साध संगत जी बजुर्गां दी सिर ते खलो के सेवा करदे। हर वेले उन्हां दा इशनान कराउणा, माल छादक दी सेवा कराउणी, क्योंकि बिरध अवस्था विच शरीर सेवा दी मंग करदा है। कबीर जी कहंदे भाई जिउंदियां तां उहनूं भोजन नहीं खवाया, पानी नहीं पियाया ते मूहे श्राद्ध कराही, मरण तो बाद हुण अपने प्यो दा श्राद्ध करन लगे ते पितर भी बपरे कहो क्यों पावै। दसो बपड़े विचारे पितर तुहाडा प्यो हुणे भोजन किवें पाऊगा? ये तां कौआ कूकर खाही। हुण तां कौए ते कूकर कुत्ते ही खाणगे, हुण तां नहीं उहनूं भोजन पहुंचना। ये सच्चे पातशाह जी दी पवित्र बाणी दी गवाही है। जदों इन्हां ने पुछया ना हजूर नूं कि महाराज कहंदे आ चोरी करके यारी करके ठगी करके ब्राह्मण कहंदे आ भी पितरां दे निमित्त देना चाहिदा ते सानू जो दक्षिणा दिओ वो परलोक च मिलदी है, इस तरह ब्राह्मण कहंदे आ। ये साध संगत जी बड़े इहो जे बचन आउंदे आ कि जट ने घोड़ी नवीं लई ते ब्राह्मण ने कहा भी घोड़ी बड़ी वधिया है, देखो घोड़ी किवें ठगीए। कहने लगा किहड़ी औखी गल है, चलो कोई गल सुणाउने आ। जाके कहंदा जजमान मैनू रात ना सुपना आया तेरे प्यो दा जो चढ़ाई कर गया। कहने लगा अच्छा। कहंदा वो कहंदा मैं सुखी तो बड़ा भाई, को दिक्कत आउंदी है भी सवारी नूं कोई घोड़ी नहीं है, ते जे तू घोड़ी जजमान मैनू दान करे तो मैं तेरे प्यो नूं बचा दियां। वो कहने लगा अच्छा। भी बेचारा दुविधा च पै गया, पर क्या पंडित ने कहा चलो दान करती घोड़ी। जदों घोड़ी दान करती वो बड़ा दुखी होया कि घोड़ी नवीं लई सी बड़ी सोहनी, पंडित ने बड़ा छल कीता है। वो फिर किसी सिंह नूं दस्सिया उन्हें भी आह गल इदां है। कहंदा कोई नहीं वापस ले लैने आ। हुण तरीका दस्सिया, फिर उन्होंने वो तरीका दस्सिया ते ब्राह्मण नूं जा करके उस सिंह दे दस्से तरीके मुताबक कहंदा पंडित जी मैनू ना रात सुपना आया है। कहंदा की आया सुपना जजमान? कहंदा मेरा पिता कहंदा भी वो जिहड़ी घोड़ी दान कीती सी पुत्रा मैनू पहुंच गई है, ते गल ये होई कि मैं घोड़ी तो डिग पिया, मेरी लत्त जिहड़ी ओनू सट लग गई है
ਤੇ ਹੁਣ ਮੇਰੀ ਲੱਤ ਦਾਗਣ ਵਾਸਤੇ ਨਾ ਕੋਈ ਦਵਾਈ ਨਹੀਂ ਇੱਥੋਂ ਮਿਲਦੀ, ਤੇ ਤੁਸੀਂ ਐਂ ਕਰੋ ਪੰਡਤ ਦੀ ਲੱਤ ਦਾਗ ਦਿਓ ਜਾ ਕੇ, ਫਿਰ ਮੇਰੀ ਲੱਤ ਰਾਜੀ ਹੋ ਜੂਗੀ। ਕਰਕੇ ਗਰਮ ਸਰੀਆ ਜਦੋਂ ਕਹਿੰਦੇ ਪੰਡਤ ਜੀ ਲੱਤ ਦਾਗਣੀ ਆ, ਕਹਿੰਦਾ ਮੈਨੂੰ ਨਾ ਸਾੜ ਜਜਮਾਨਾ, ਘੋੜੀ ਲੈ ਜਾ ਆਪਣੀ, ਮੈਂ ਤਾਂ ਤੈਨੂੰ ਛਲਿਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਸਾਧ ਸੰਗਤ ਜੀ, ਇਹ ਪਖੰਡ ਹੈ ਸਾਰਾ। ਗੁਰੂ ਬਾਬਾ ਜੀ ਨੇ ਜਿਨ੍ਹਾਂ ਪਖੰਡਾਂ ਤੋਂ ਸਾਨੂੰ ਹਟਾਇਆ, ਅਸੀਂ ਫਿਰ ਉਹੀ ਪਖੰਡ ਕਰਦੇ ਹਾਂ। ਪੁਰਾਣੀ ਚੜ੍ਹਾਈ ਕਰ ਜੇ, ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨੂੰ ਇੱਕ ਤਲਾਈ, ਇੱਕ ਰਜਾਈ, ਇੱਕ ਗਲਾਸ, ਇੱਕ ਥਾਲੀ, ਇੱਕ ਕੌਲੀ, ਕਿ ਪ੍ਰਲੋਕ 'ਚ ਜਾ ਕੇ ਰੋਟੀ ਖਾਊਗਾ। ਦੱਸੋ ਇਹ ਮਨਮਤਾਂ ਕਿਹੋ ਜਿਹੀਆਂ ਚੱਲੀਆਂ। ਗੁਰੂ ਘਰ ਸੇਵਾ ਕਰਨੀ ਹੈ ਤੇ ਕਰੋ, ਉਸ ਤਰ੍ਹਾਂ ਕਰੋ। ਬਿਸਤਰੇ ਚੜਾਉਣੇ ਚਾਹੀਦੇ ਆ, ਲੋੜਵੰਦਾਂ ਦੇ ਇੱਥੇ ਆਉਣਾ ਜਾਣਾ, ਯਾਤਰੂਆਂ ਦਾ ਭਾਂਡੇ ਚੜਾਉਣੇ ਚਾਹੀਦੇ। ਪਰ ਇਹ ਕੀ ਵੀ ਆਪਣੇ ਪ੍ਰਾਣੀ ਦੇ ਚੜਾਈ ਕਰੇ ਦੇ ਨਿਮਿਤ ਇੱਕ ਕੌਲੀ, ਇੱਕ ਗਲਾਸ, ਇੱਕ ਚਮਚਾ, ਇਹ ਤਾਂ ਵੱਡਾ ਘਰ ਹੈ, ਇੱਥੇ ਤਾਂ 100-100 ਚਮਚੇ ਚੜਾਉਣੇ ਚਾਹੀਦੇ, ਤਾਂ ਸੰਗਤ ਵਿੱਚ ਕੰਮ ਆਉਂਦੇ ਆ। ਤੇ ਤੁਸੀਂ ਇਹ ਸੋਚ ਕੇ ਕਿ ਸਾਡਾ ਉਹ ਚਮਚੇ ਨਾਲ ਅੱਗੇ ਰੋਟੀ ਖਾਊਗਾ, ਸਭ ਮਨਮਤਾਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਪੁੱਛਿਆ ਗਰੀਬ ਨਵਾਜ਼ ਸਤਿਗੁਰੂ ਜੀ, ਫਿਰ ਉੱਤਰ ਦਿੰਦੇ, ਹਜੂਰ ਫਰਮਾਉਂਦੇ ਆ, ਜੇ ਮੋਹਾ ਕਾ ਘਰ ਮੁਹਾ। ਮੁਹਾਕਾ ਸਾਧ ਸੰਗਤ ਜੀ ਠੱਗੀ ਨੂੰ ਕਹਿੰਦੇ ਆ, ਠੱਗ ਨੂੰ। ਮਹਾਰਾਜ ਕਹਿੰਦੇ ਜੇ ਮੋਹਾ ਕਾ ਘਰ ਮੁਹ ਹੈ, ਜੇ ਠੱਗੀ ਮਾਰ ਕੇ ਮਹਾਰਾਜ ਕਹਿੰਦੇ ਕਿਸੇ ਦਾ ਘਰ ਮੁਹ ਹੈ, ਭਾਵ ਲੁੱਟ ਲਵੇ। ਘਰ ਮੋਹੇ ਪਿਤਰੀ ਦੇ, ਤੇ ਘਰ ਨੂੰ ਮੋਹੇ ਠੱਗ ਕਰਕੇ ਕਿਸੇ ਦਾ ਘਰ ਸਾਰਾ ਲੁੱਟ ਕੇ ਤੇ ਆਪਣੇ ਘਰ ਆ ਕਰਕੇ ਮਹਾਰਾਜ ਕਹਿੰਦੇ ਪਿਤਰਾਂ ਨੂੰ ਸਰਾਧ ਦੇਵੇ, ਉਸ ਮਾਇਆ ਦਾ, ਉਸ ਚੀਜ਼ਾਂ ਦਾ ਪਿਤਰਾਂ ਦੇ ਨਿਮਿਤ ਦਾਨ ਕਰ ਦੇਵੇ। ਅੱਗਾ ਵਸਤ ਸੰਿਆਣੀਆ, ਜਿਹੜੀਆਂ ਵਸਤੂਆਂ ਪਿਤਰਾਂ ਦੇ ਨਿਮਿਤ ਦਿੱਤੀਆਂ ਮਹਾਰਾਜ ਕਹਿੰਦੇ ਉਹ ਤਾਂ ਫਿਰ ਵਸਤੂਆਂ ਅੱਗੇ ਸਿਆਣੀਆਂ ਜਾਣਗੀਆਂ ਨਾ। ਇਹ ਗੁਰੂ ਨਾਨਕ ਸਾਹਿਬ ਦਾ ਆਪਣਾ ਮਤ ਨਹੀਂ ਹੈ ਕਿ ਪਰਲੋਕ ਵਿੱਚ ਚੀਜ਼ਾਂ ਪਹੁੰਚਦੀਆਂ ਹਨ, ਪਰ ਇਹ ਉਸ਼ਟ ਲਸ਼ਟ ਕਾ ਦ੍ਰਿਸ਼ਟਾਂਤ ਕਹਿੰਦੇ ਇਹਨੂੰ, ਸਮਝਣਾ। ਜਿਹਦਾ ਊਠ ਹੋਵੇ ਉਹਦੀ ਲਾਠੀ ਕੱਢ ਕੇ ਊਠ ਦੇ ਠੋਕ ਦੇਣੀ। ਮਹਾਰਾਜ ਕਹਿੰਦੇ ਪੰਡਤੋ ਤੁਸੀਂ ਮੰਨਦੇ ਆ ਨਾ ਵੀ ਜਿਹੜੀ ਚੀਜ਼ ਇੱਥੇ ਦਾਨ ਕਰੀ ਅੱਗੇ ਪਰਲੋਕ 'ਚ ਮਿਲਦੀ ਹੈ, ਇਹੀ ਮੰਨਦੇ ਆ ਨਾ। ਤੇ ਮਹਾਰਾਜ ਕਹਿੰਦੇ ਭਾਈ ਜਿਹਦੇ ਘਰ ਨੂੰ ਠੱਗ ਕੇ ਚੀਜ਼ਾਂ ਲੁੱਟ ਕੇ ਤੇ ਪਿਤਰਾਂ ਦੇ ਨਿਮਿਤ ਲਿਆ ਕਰਕੇ ਤੁਸੀਂ ਦਾਨ ਦਿੰਦੇ ਆ, ਤੇ ਜਿਨ੍ਹਾਂ ਦੀਆਂ ਲੁੱਟੀਆਂ ਉਹਨਾਂ ਦੇ ਪਿੱਤਰ ਤਾਂ ਉੱਤੇ ਹੀ ਹੈ ਨਾ ਫਿਰ। ਤੇ ਅੱਗੇ ਵਸਤ ਸਿਆਣੀ ਹੈ, ਉਹ ਤੁਹਾਡੇ ਪਿੱਤਰਾਂ ਦੇ ਕੋਲ ਉਹ ਚੀਜ਼ਾਂ ਪਹੁੰਚ ਜਾਣੀਆਂ, ਤੇ ਜਿਨ੍ਹਾਂ ਦੀਆਂ ਲੁੱਟੀਆਂ ਉਹਨਾਂ ਪਹਿਚਾਣ ਲੈਣੀਆਂ ਵੀ ਇਹ ਤਾਂ ਸਾਡੀਆਂ ਚੀਜ਼ਾਂ। ਤੁਹਾਡੇ ਬੱਚੇ ਲੁੱਟ ਕੇ ਜਿਹੜੇ ਆ ਤੁਹਾਡੇ ਨਿਮਿਤ ਦਾਨ ਕਰ ਰਹੇ ਆ। ਪਿਤਰੀ ਚੋਰ ਕਰੇ, ਫਿਰ ਤਾਂ ਤੁਸੀਂ ਆਪਣੇ ਪਿੱਤਰਾਂ ਨੂੰ ਚੋਰ ਕਰ ਦਿਓਗੇ, ਤੁਹਾਡੇ ਪਿੱਤਰ ਚੋਰ ਹੀ ਅਖਵਾਉਣਗੇ ਉੱਤੇ। ਇਹ ਮਹਾਰਾਜ ਦੇ ਘਰ ਦਾ ਸਿਧਾਂਤ ਨਹੀਂ ਕਿ ਇੱਥੇ ਜਿਹੜੀ ਚੀਜ਼ ਜੋ ਦਾਨ ਕਰੋ ਤੇ ਅੱਗੇ ਮਿਲਦੀ ਹੈ। ਮਹਾਰਾਜ ਦੱਸਣਗੇ ਅੱਗੇ ਕੀ ਮਿਲਦਾ ਹੈ, ਇਹ ਵੀ ਦੱਸਣਗੇ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਕਹਿੰਦੇ ਆ ਵੀ ਜੇ ਮੁਹਾਕਾ ਫਿਰ ਪੜ੍ਹਦੇ ਹੋ, ਜੇ ਮੋਹਾ ਕਾ ਘਰ ਮੁਹਾ। ਮਹਾਰਾਜ ਕਹਿੰਦੇ ਜੇ ਮੁਹਾਕਾ ਠੱਗੀਆਂ ਮਾਰ ਕਰਕੇ ਕਿਸੇ ਦੇ ਘਰ ਨੂੰ ਲੁੱਟ ਕੇ, ਘਰ ਮੋਹੇ ਪਿਤਰੀ ਦੇ, ਤੇ ਘਰ ਨੂੰ ਮੋਹੇ ਚੁਰਾ ਕਰਕੇ ਕਿਸੇ ਦੇ ਘਰ ਚੋਂ ਸਮਾਨ ਤੇ ਪਿਤਰਾਂ ਦੇ ਨਿਮਿਤ ਦਾਨ ਦੇਵੇ। ਅੱਗਾ ਵਸਤ ਸੰਿਆਣੀਆ, ਉਹ ਚੋਰੀ ਦੀਆਂ ਵਸਤੂਆਂ ਅੱਗੇ ਸੰਜਾਣੀਆਂ ਜਾਣਗੀਆਂ। ਜਦੋਂ ਤੁਹਾਡੇ ਪਿਤਰਾਂ ਕੋਲ ਪਹੁੰਚਣਗੀਆਂ ਤਾਂ ਪਛਾਣ ਲੈਣਗੇ, ਜਿਨ੍ਹਾਂ ਦੀਆਂ ਚੁਰਾਈਆਂ ਹੋਣਗੀਆਂ ਉਹਨਾਂ ਦੇ ਵੀ ਪਿੱਤਰ ਵੀ ਤਾਂ ਉੱਤੇ ਹੀ ਬੈਠੇ ਆ। ਪਿਤਰੀ ਚੋਰ ਕਰੇ, ਉਹ ਭਾਈ ਫਿਰ ਚੋਰੀ ਦਾ ਜਿਹੜਾ ਸ਼ਰਾਧ ਕਰਦਾ ਨਾ, ਚੋਰੀ ਕਰਕੇ ਉਹ ਆਪਣੇ ਪਿੱਤਰਾਂ ਨੂੰ ਹੀ ਚੋਰ ਕਰ ਦੇਵੇਗਾ। ਵਟਿਆ ਹੈ ਹੱਥ ਦਲਾਲ ਕੇ, ਇਹ ਦੁਨੀ ਚੰਦ ਦਾ ਭਰਾ ਭਾਈ ਮੰਗੂ ਕਹਿੰਦਾ ਮਹਾਰਾਜ, ਇਹ ਬ੍ਰਾਹਮਣ ਕਹਿੰਦੇ ਆ ਵੀ ਜਦੋਂ ਚੁਲੀ ਛਡਾਉਣੀ ਚਾਹੀਦੀ ਬੜਾ ਪੁੰਨ ਲੱਗਦਾ ਹੈ। ਇਹ ਕਹਿੰਦੇ ਆ ਨਾ ਅਸੀਂ ਪਹੁੰਚਾਵਾਂਗੇ, ਇਹ ਵਿੱਚ ਦਲਾਲੀ ਕਰਦੇ ਆ ਨਾ ਵੀ ਮੈਨੂੰ ਦਿਓ ਮੈਂ ਪਹੁੰਚਾਊਂਗਾ। ਤਾਂ ਮਹਾਰਾਜ ਜੀ ਕਹਿੰਦੇ ਵੀ ਉਹ ਦਲਾਲ ਬ੍ਰਾਹਮਣ ਦਾ ਕੀ ਹਾਲ ਹੁੰਦਾ। ਸਤਿਗੁਰੂ ਜੀ ਇਹ ਪਰਲੋਕ ਦੀ ਗੱਲ ਦੱਸਦੇ ਸੱਚੀ ਮਹਾਰਾਜ। ਵਟਿਆ ਹੈ ਹੱਥ ਦਲਾਲ ਕੇ, ਮਹਾਰਾਜ ਕਹਿੰਦੇ ਉਸ ਦਲਾਲ ਬ੍ਰਾਹਮਣ ਦੇ ਹੱਥ ਵੱਡੇ ਜਾਣਗੇ ਪਰਲੋਕ ਦੇ ਅੰਦਰ। ਫਿਰ ਜਿਹੜਾ ਇਹੋ ਜਿਹੀਆਂ ਝੂਠੀਆਂ ਦਲਾਲੀਆਂ ਕਰਦਾ, ਕਿਸੇ ਕੋ ਠੱਗ ਕੇ ਕੋਈ ਲੈ ਵੀ ਤੇਰੇ ਪਿੱਤਰ ਨੂੰ ਉੱਥੇ ਘੋੜੀ ਚਾਹੀਦੀ ਹੈ ਤੂੰ ਮੈਨੂੰ ਦਾਨ ਕਰ ਦੇ, ਜਿਹੜਾ ਇਹੋ ਜਿਹੀਆਂ ਗੱਲਾਂ ਮਹਾਰਾਜ ਕਹਿੰਦੇ ਭਾਈ ਦਲਾਲੀ ਕਰੇਗਾ, ਉਸ ਦਲਾਲ ਬ੍ਰਾਹਮਣ ਦੇ ਹੱਥ ਅੱਗੇ ਵੱਡੇ ਜਾਣਗੇ। ਮੁਸਫੀ ਇਹ ਕਰੇ, ਇਹ ਮੁਸਫੀ ਇਨਸਾਫ ਕਰੇਗਾ ਫਿਰ ਧਰਮ ਰਾਜਾ। ਝੂਠ ਬੋਲਦੇ ਆ ਜਿਹੜੇ ਇੱਥੇ
ਤੇ ਲੁੱਟਦੇ ਆ ਜਜਮਾਨਾਂ ਨੂੰ। ਮਹਾਰਾਜ ਜੀ ਕਹਿੰਦੇ ਭਾਈ ਇਹ ਧਰਮ ਰਾਜਾ ਫਿਰ ਇਹ ਨਿਆਂ ਕਰੇਗਾ। ਨਾਨਕ ਅੱਗਾ ਸੋ ਮਿਲਾ। ਫਿਰ ਇਹ ਹੱਥ ਜੋੜ ਕੇ ਕਹਿੰਦਾ ਦੁਨੀ ਚੰਦ ਮਹਾਰਾਜ ਅੱਗੇ ਫਿਰ ਕੀ ਮਿਲਦਾ ਹੈ, ਆਪ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਕਹਿੰਦੇ ਨੇ ਨਾਨਕ ਅੱਗਾ ਸੋ ਮਿਲਾ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਗੇ ਪਰਲੋਕ ਵਿੱਚ ਉਹ ਮਿਲਦਾ ਹੈ ਜੇ ਖੱਟੇ ਘਾਲੇ ਦੇ। ਜੇ ਮਹਾਰਾਜ ਕਹਿੰਦੇ ਘਾਲ ਕਰਕੇ ਜੋ ਇੱਥੇ ਖੱਟਿਆ ਹੈ ਨਾ, ਜੇ ਤਾਂ ਇੱਥੇ ਸਿਮਰਨ ਕਰਕੇ ਕਮਾਈ ਕੀਤੀ ਹੈ, ਸੰਗਤ ਕਰਕੇ ਨਾਮ ਦੀ ਕਮਾਈ ਕੀਤੀ ਹੈ, ਸੇਵਾ ਕਰਕੇ ਨਾਮ ਦੀ ਕਮਾਈ ਕੀਤੀ ਹੈ, ਤੇ ਮਹਾਰਾਜ ਕਹਿੰਦੇ ਪਰਲੋਕ ਵਿੱਚ ਮਿਲੂਗੀ। ਇਹ ਜਿਨ ਕੀਤੀ ਹੈ ਉਹਨੂੰ ਮਿਲੂਗੀ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜੇ ਹੁਣ ਖੱਟੇ ਘਾਲੇ ਦੇ ਇੱਥੇ ਘਾਲ ਕੀਤੀ ਹੈ ਪਾਪਾਂ ਦੀ, ਇੱਥੇ ਪੂੰਜੀ ਖੱਟ ਲਈ ਹੈ ਸਾਰੀ ਵਕਾਰਾਂ ਦੀ, ਤੇ ਫਿਰ ਅੱਗੇ ਕੀ ਹੈ, ਅੱਗੇ ਵਕਾਰਾਂ ਦੇ ਬਦਲੇ ਮਾਰ ਹੀ ਮਿਲਣੀ ਹੈ ਨਾ ਜਮਾਂ ਦੀ। ਜੋ ਕਰੇਗਾ ਮਹਾਰਾਜ ਨੇ ਕਿਹਾ ਉਹ ਭਾਈ ਉਹਨੂੰ ਪਾਉਣਾ ਪਵੇਗਾ। ਹਜੂਰ ਕਹਿੰਦੇ ਹਨ ਨਾਨਕ ਅੱਗਾ ਸੋ ਮਿਲਾ। ਮਹਾਰਾਜ ਜੀ ਕਹਿੰਦੇ ਆ ਵੀ ਅੱਗੇ ਉਹ ਚੀਜ਼ ਮਿਲਦੀ ਹੈ ਜੇ ਖੱਟੇ ਘਾਲੇ ਦੇ। ਸਾਧ ਸੰਗਤ ਜੀ ਵੇਖੋ, ਇਹ ਇਹਨਾਂ ਦੇ ਮਤ ਮੁਤਾਬਕ ਸਤਿਗੁਰਾਂ ਸਿੱਖਿਆ ਦੇ ਕਰਕੇ ਆਖਿਆ ਵੀ ਜੇ ਮੰਨ ਲਓ ਤੁਸੀਂ ਸਮਝਦੇ ਹੋ ਕਿ ਪਿਤਰਾਂ ਨੂੰ ਅੱਗੇ ਇਹ ਚੀਜ਼ਾਂ ਮਿਲ ਜਾਂਦੀਆਂ, ਤੇ ਚੋਰੀ ਨਾਲ ਕੀਤੇ ਸਰਾਧਾਂ ਨਾਲ ਤੁਸੀਂ ਆਪਣੇ ਪਿਤਰਾਂ ਨੂੰ ਹੀ ਫਿਰ ਚੋਰ ਬਣਾਓਗੇ ਨਾ। ਅਬਲ ਤਾਂ ਮਿਲਦੀਆਂ ਨਹੀਂ, ਜੇ ਮਿਲ ਜਾਂਦੀਆਂ ਤੇ ਮਹਾਰਾਜ ਕਹਿੰਦੇ ਭਾਈ ਪਿਤਰੀ ਚੋਰ ਕਰੇ। ਸਿਧਾਂਤ ਦੇ ਕੇ ਮਹਾਰਾਜ ਕਿਹਾ ਵੀ ਤੁਸੀਂ ਆਪਣੇ ਪਿਤਰਾਂ ਨੂੰ ਚੋਰ ਬਣਾਓਗੇ। ਮਹਾਰਾਜ ਫਿਰ ਅੱਗੇ ਕੀ ਮਿਲਦਾ? ਸਤਿਗੁਰੂ ਜੀ ਦੇ ਵਾਕ ਨੇ ਕਿ ਨਾਮ ਜਿਹੜਾ ਨਾ ਕੋਈ ਕਿਸੇ ਲਈ ਵੀ ਨਾਮ ਜਪ ਕੇ ਅਰਦਾਸ ਕਰੇ ਉਹਨੂੰ ਅੱਗੇ ਮਿਲ ਜਾਂਦਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਇਹ ਮਹਾਰਾਜ ਜੀ ਦੇ ਵਾਕ ਨੇ ਸਾਧ ਸੰਗਤ ਜੀ। ਇਸੇ ਕਰਕੇ ਗੁਰਸਿੱਖੀ ਦਾ ਅਸੂਲ ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਉਹਦੇ 10ਵੇਂ ਦਿਨ ਮਹਾਰਾਜ ਦੀ ਧੁਰ ਕੀ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪੈਂਦੇ ਆ, ਜਾਂ ਸ੍ਰੀ ਅਖੰਡ ਪਾਠ ਸਾਹਿਬ ਪਹਿਲਾਂ ਰੱਖ ਕੇ 10ਵੇਂ ਦਿਨ ਫਿਰ ਭੋਗ ਪੈਂਦੇ ਆ। ਇਹ ਮਹਾਰਾਜ ਜੀ ਨੇ ਨਾਮ ਦੇ ਜਪਣ ਦੀ ਆਗਿਆ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਗਰੀਬ ਨਵਾਜ ਕਹਿੰਦੇ ਆ ਵੀ ਨਾਮ ਜਿੱਥੇ ਮਰਜ਼ੀ ਜਪੋ, ਤੇ ਜਿਹਦੇ ਨਿਮਿਤ ਅਰਦਾਸ ਕਰੋਗੇ ਨਾਮ ਉਹਨੂੰ ਅੱਗੇ ਪਹੁੰਚ ਜਾਊਗਾ। ਮਹਾਰਾਜ ਦੇ ਪ੍ਰਤੱਖ ਵਾਕ ਨੇ ਵੀ ਪਿਤਰੀ ਹੋਏ ਉਧਾਰੋ, ਉਹਨਾਂ ਦੇ ਪਿਤਰਾਂ ਦਾ ਵੀ ਉਧਾਰ ਹੋ ਜਾਊਗਾ। ਤੁਸੀਂ ਆਪਣੇ ਪਿਤਾ ਦੇ ਨਿਮਿਤ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਭਾਈ ਫਿਰ ਬਾਣੀ ਪੜੋ, ਸ੍ਰੀ ਜਪਜੀ ਸਾਹਿਬ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰੋ। ਤਾਂ ਇਹ ਜਿਹੜਾ ਹੈ ਕਿਸੇ ਨੂੰ ਕੋਈ ਵਸਤੂ ਦੇ ਦੇਣੀ ਤੇ ਉਹਨੇ ਠੱਗ ਲੈਣੀ ਤੇ ਕਹਿਣਾ ਤੇਰੇ ਪਿੱਤਰ ਨੂੰ ਪਹੁੰਚ ਗਈ। ਮਹਾਰਾਜ ਕਹਿੰਦੇ ਭਾਈ ਪਿੱਤਰ ਨੂੰ ਤਾਂ ਕੀ ਪਹੁੰਚਣੀ ਆ, ਦਲਾਲ ਦੇ ਵੀ ਹੱਥ ਵੱਡੇ ਜਾਊਗੇ। ਜਿਹੜਾ ਦਲਾਲੀਆਂ ਕਰਾਉਂਦਾ ਹੈ ਨਾ ਇਹੋ ਜੀਆਂ, ਇਹ ਮੁਸਫੀ ਇਨਸਾਫ ਹੋਵੇਗਾ। ਮਹਾਰਾਜ ਜੀ ਕਹਿੰਦੇ ਹਨ ਨਾਨਕ ਅੱਗਾ ਸੋ ਮਿਲਾ। ਅੱਗੇ ਤਾਂ ਮਹਾਰਾਜ ਕਹਿੰਦੇ ਉਹ ਮਿਲਦਾ ਜਿਹੜਾ ਤੁਸੀਂ ਇੱਥੇ ਨਾਮ ਜਪ ਕਰਕੇ ਅਰਦਾਸ ਕਰਦੇ ਹੋ। ਜੇ ਖੱਟੇ ਘਾਲੇ ਦੇ। ਜੇ ਮਹਾਰਾਜ ਕਹਿੰਦੇ ਭਾਈ ਘਾਲ ਕਰਦਾ ਹੈ, ਜੋ ਕਰ ਇੱਥੋਂ ਖੱਟ ਕੇ ਜਾਂਦਾ ਇੱਕ ਤਾਂ ਉਹ ਮਿਲਦਾ ਹੈ। ਜੇ ਇੱਥੇ ਤੁਸੀਂ ਨਾਮ ਜਪ ਕਰਕੇ ਉਹਦੇ ਨਾਮ ਦੀ ਜਿਹੜੀ ਹੈ ਉਹ ਖੱਟੀ ਦੀ ਅਰਦਾਸ ਕਰਦੇ ਆ, ਜਿਵੇਂ ਸੱਚੇ ਪਾਤਸ਼ਾਹ ਨੇ ਕਿਹਾ ਪੁਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਜੈਤ ਸ੍ਰੀ ਦੀ ਵਾਰ ਦੀ ਕਥਾ ਕਰਨੀ, ਬੈਰਾਗਮਈ ਕਥਾ ਹੈ। ਫਿਰ ਸਾਧ ਸੰਗਤ ਜੀ ਸ਼ਲੋਕ ਸਹਿਸਰ ਕੀਰਤੀ ਦੀ ਬਾਣੀ ਦੀ ਕਥਾ ਕਰਨੀ। ਜਿਹੜੇ ਪੁਰਾਣੀ ਜਿਉਂਦੇ ਸੁਣਦੇ ਉਹਨਾਂ ਦਾ ਮੋਹ ਟੁੱਟਦਾ ਤੇ ਵਿਛੜੀ ਹੋਈ ਰੂਹ ਨੂੰ ਇਹ ਬਾਣੀ ਸਦਗਤੀ ਪ੍ਰਦਾਨ ਕਰਦੀ ਹੈ। ਇਹੋ ਜਿਹਾ ਸੱਚੇ ਪਾਤਸ਼ਾਹ ਨੇ ਨਾਮ ਦਾ ਬਲ ਪ੍ਰਤਾਪ ਹਜੂਰ ਕਹਿੰਦੇ ਹਨ ਕਿ ਬਈ ਨਾਮ ਨਾਲ ਸਭ ਦੀ ਪਿਤਰਾਂ ਦੀ ਵੀ ਤੇ ਜਿਹੜਾ ਜਪਦਾ ਉਹਦੀ ਵੀ ਕਲਿਆਣ ਹੋ ਜਾਂਦੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਫਰਮਾਉਂਦੇ ਨੇ ਜੋ ਜੋ ਸਿਰ ਨਾਵਣੀ। ਸਾਧ ਸੰਗਤ ਜੀ ਮਹਾਰਾਜ ਜੀ ਬਾਹਰ ਸਜੇ ਹੋਏ ਸੀ। ਭਾਈ ਮਰਦਾਨਾ ਜੀ ਕਹਿੰਦੇ ਨੇ ਇਹ ਬਾਹਰੀ ਅਰਥ ਪਹਿਲਾਂ ਆਉਣਗੇ। ਮਹਾਰਾਜ ਤਮਾਕੂ ਦਾ ਮੁਸ਼ਕ ਬੜਾ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਿਆ ਇਹ ਮੁਸ਼ਕ ਤਾਂ ਬਹੁਤ ਜ਼ਿਆਦਾ ਝੂਠਾ ਹੈ, ਬੜਾ ਗੰਦਾ ਹੈ। ਮਹਾਰਾਜ 10ਵੇਂ ਪਾਤਸ਼ਾਹ ਨੇ ਇਹਨੂੰ ਜਗਤ ਝੂਠ ਕਿਹਾ ਹੈ। ਮਹਾਰਾਜ ਜੀ ਨੇ ਵਾਕ ਰਹਿਤਨਾਮਿਆਂ ਵਿੱਚ ਕਹੇ ਹੈ ਸੁਨ ਗੁਰ ਸਿੱਖ ਕੀ ਰਹਿਤ ਕੋ ਤਜੈ ਤਮਾਕੂ ਸੰਗ ਮਰਨੀ ਮਰੈ ਤਾਂ ਅਤ ਭਲਾ ਜਗਤ ਝੂਠ ਨਹਿ ਅੰਗ। ਮਹਾਰਾਜ ਕਹਿੰਦੇ ਜਗਤ ਝੂਠ ਨੂੰ ਕਦੇ ਅੰਗੀਕਾਰ ਨਾ ਕਰੇ। ਮੇਰਾ ਖਾਲਸਾ ਹੱਥ ਵੀ ਨਾ ਸੁਹਾਵੇ
ਭਾਵੇਂ ਮੌਤ ਕਿਉਂ ਨਾ ਆ ਜਾਵੇ, ਮਰਨਾ ਕਬੂਲ ਕਰ ਲੈ ਪਰ ਜਗਤ ਝੂਠ ਨੂੰ ਕਦੇ ਹੱਥ ਨਾ ਲਾਵੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵਾਕ ਕਹੇ ਹੈ। ਤੋ ਸਾਧ ਸੰਗਤ ਜੀ, ਜਦੋਂ ਮਹਾਰਾਜ ਕਿਹਾ ਵੀ ਇਹ ਤਾਂ ਬਾਹਲਾ ਭਾਈ ਮਰਦਾਨੇ ਝੂਠਾ ਹੁੰਦਾ ਹੈ, ਮਹਾਰਾਜ ਇਹ ਕਿੰਨਾ ਕੁ ਝੂਠ ਹੈ ਇਸ ਦੀ, ਸਤਿਗੁਰੂ ਜੀ ਇਉਂ ਜ਼ਿਕਰ ਕਰਦੇ ਹੋਏ ਵੀ ਇਹਦੀ ਕਿੰਨੀ ਕੁ ਝੂਠ ਲੱਗਦੀ ਹੈ, ਮਹਾਰਾਜ ਦੱਸਦੇ ਹਨ। ਜਿਉ ਜੋਰੂ ਸਿਰ ਨਾਵਣੀ, ਮਹਾਰਾਜ ਜੀ ਕਹਿੰਦੇ ਜਿਵੇਂ ਜੋਰੂ ਇਸਤਰੀ ਦੇ ਸਿਰ ਦੇ ਉੱਤੇ ਨਾਵਣੀ ਕਹਿੰਦੇ ਆ ਮਹਾਵਾਰੀ ਜੋ ਮਹੀਨੇ ਬਾਅਦ ਆਉਂਦੀ ਹੈ, ਆਵੈ ਵਾਰੋ ਵਾਰ, ਤੇ ਵਾਰ-ਵਾਰ ਉਹ ਮਹੀਨੇ ਬਾਅਦ ਮਹਾਰਾਜ ਜੀ ਕਹਿੰਦੇ ਭਾਈ ਆਉਂਦੀ ਹੈ। ਇਹ ਜਦੋਂ ਸਾਧ ਸੰਗਤ ਜੀ ਮਹਾਵਾਰੀ ਦਾ ਵਕਤ ਹੁੰਦਾ ਹੈ ਨਾ, ਉਦੋਂ ਇਸਤਰੀ ਦਾ ਸਰੀਰ ਅਪਵਿੱਤਰ ਮੰਨਿਆ ਜਾਂਦਾ ਹੈ। ਜੋ ਬੀਬੀਆਂ ਗੁਰਮਤਿ ਦੀਆਂ ਧਾਰਨੀ ਹੁੰਦੀਆਂ ਉਹਨਾਂ ਨੂੰ ਸੋਝੀ ਹੁੰਦੀ ਹੈ, ਪਰ ਕਈਆਂ ਨੂੰ ਨਹੀਂ ਪਤਾ ਹੁੰਦਾ। ਉਸ ਸਮੇਂ ਬੀਬੀ ਚੌਂਕੇ ਦੀ ਅਧਿਕਾਰਨ ਨਹੀਂ ਹੁੰਦੀ ਤੇ ਗੁਰੂ ਮਹਾਰਾਜ ਦੀ ਤਾਬਿਆ ਜਾਂ ਭਾਗ ਪ੍ਰਕਾਸ਼ ਕਰਕੇ ਬਾਣੀ ਉਸ ਸਮੇਂ ਨਹੀਂ ਪੜ੍ਹਨੀ ਚਾਹੀਦੀ। ਇਸ਼ਨਾਨ ਅੰਮ੍ਰਿਤ ਵੇਲੇ ਜਦੋਂ ਕੀਤਾ ਉਦੋਂ ਗੁਟਕੇ ਸਾਹਿਬ ਤੋਂ ਆਪਣਾ ਨਿਤਨੇਮ ਕਰ ਲੈਣਾ ਚਾਹੀਦਾ ਹੈ। ਇਹ ਜਿਹੜੇ ਬਚਨ ਹਨ ਇਹ ਰਹਿਤ ਵਜੋਂ ਸਾਧ ਸੰਗਤ ਜੀ ਦੱਸੇ ਜਾਂਦੇ ਆ। ਕਈ ਇਸ ਗੱਲ ਦੇ ਉੱਤੇ ਵੀ ਕਿੰਤੂ ਕਰਦੇ ਆ, ਪਰ ਗੁਰੂ ਘਰ ਦੇ ਅੰਦਰ ਜੋ ਮਰਜ਼ਾਦਾ ਦਰਸਾਈ ਜਾਂਦੀ ਹੈ ਉਸ ਸਮੇਂ ਸੁਚਮਤਾ ਦਾ ਜਿਹੜਾ ਹੈ ਨਾ ਉਹ ਖਿਆਲ ਰੱਖਣ ਵਾਸਤੇ ਇਹ ਆਗਿਆ ਕੀਤੀ ਹੈ। ਤੇ ਜਦੋਂ 4 ਦਿਨ ਇਹ ਰਿਤੂ ਦਾ ਸਮਾਂ ਹੁੰਦਾ ਹੈ, ਉਸ ਤੋਂ ਬਾਅਦ 5ਵੇਂ ਦਿਨ ਇਸ਼ਨਾਨ ਕਰਕੇ, ਕੇਸੀ ਇਸ਼ਨਾਨ ਕਰਕੇ ਫਿਰ ਸਰੀਰ ਸੁਚਮਤਾ ਦੇ ਸਹਿਤ ਹੁੰਦਾ ਹੈ, ਤਾਂ ਇਸ ਨੂੰ ਸਿਰ ਨਹਾਵਣੀ ਕਹਿੰਦੇ ਆ। ਵੀ ਸਿਰ ਨਹਾਉਣੀ ਉਦੋਂ ਕੇਸੀ ਇਸ਼ਨਾਨ ਕਰਨਾ। ਤਾਂ ਮਹਾਰਾਜ ਕਹਿੰਦੇ ਬਾਰ-ਬਾਰ ਜਦੋਂ ਮਹੀਨੇ ਬਾਅਦ ਸਮੇਂ ਮੁਤਾਬਕ ਇਹ ਰੁੱਤ ਆਉਂਦੀ ਹੈ, ਰਿਤੂ ਆਉਂਦੀ ਹੈ, ਝੂਠਾ ਮੁਖ ਵਸਾ। ਮਹਾਰਾਜ ਕਹਿੰਦੇ ਇਸਤਰੀ ਦਾ ਸਰੀਰ ਤਾਂ ਉਦੋਂ ਅਪਵਿੱਤਰ ਹੁੰਦਾ ਭਾਈ ਮਰਦਾਨਿਆਂ। ਇਹ ਜਿਹੜੀ ਜਗਤ ਝੂਠ ਤਮਾਕੂ ਹੈ ਨਾ, ਜਿਨ੍ਹਾਂ ਦੇ ਮੂੰਹ ਵਿੱਚ ਪੈਂਦੀ ਹੈ, ਇਹ ਝੂਠ ਤੋਂ ਵੀ ਵੱਡੀ ਝੂਠ ਹੈ। ਨਿਤ ਨਿਤ ਹੋਏ ਖੁਆਰ, ਉਹ ਤਾਂ ਨਿਤ ਨਿਤ ਸਦਾ ਵਾਸਤੇ ਖੁਆਰ ਹੀ ਹੁੰਦੇ, ਇੱਥੇ ਵੀ ਤੇ ਪਰਲੋਕ ਵਿੱਚ ਵੀ। ਜਗਤ ਝੂਠ ਖਾਣ ਵਾਲਾ ਮਹਾਰਾਜ ਕਹਿੰਦੇ ਅਤਿਅੰਤ ਹੀ ਝੂਠਾ ਹੁੰਦਾ ਹੈ। ਸੋਚੇ ਇਹ ਨ ਆਖੀਆ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਨਹਾ ਲਵੇ ਤਮਾਕੂ ਖਾਣ ਵਾਲਾ ਤਾਂ ਫਿਰ ਲੰਗਰ ਵਿੱਚ ਆ ਸਕਦਾ ਹੈ। ਜਿਵੇਂ ਸਾਧ ਸੰਗਤ ਜੀ ਉੱਥੇ ਨਾ ਬਾਹਰ ਦਾ ਇਹ ਅਮਰੀਕਾ ਦਾ ਬਚਨ ਹੈ, ਉੱਥੇ ਮੈਂ ਕਥਾ ਕਰਨ ਵਾਸਤੇ ਜਦੋਂ ਗਿਆ ਤੇ ਇੱਕ ਕੋਈ ਪ੍ਰੇਮੀ ਸੀਗਾ, ਉਹ ਲੰਗਰ ਦੀ ਬੜੀ ਸੇਵਾ ਕਰਿਆ ਕਰੇ। ਤੇ ਮੈਨੂੰ ਥੋੜੇ ਦਿਨਾਂ ਬਾਅਦ ਪਤਾ ਲੱਗਾ ਵੀ ਇਹ ਤਾਂ ਸਿਗਰਟ ਦਾ ਸੇਵਨ ਕਰਦਾ ਹੈ। ਤੇ ਵੱਡੇ ਵੇਲੇ ਆ ਕੇ ਅੰਮ੍ਰਿਤ ਵੇਲੇ ਤੇ ਗੁਰਦੁਆਰੇ ਸਾਹਿਬ ਲੰਗਰ ਦੀ ਸੇਵਾ ਕਰਿਆ ਕਰੇ। ਫਿਰ ਜਿਹੜੇ ਸੱਜਣ ਪ੍ਰੇਮੀ ਜਾਣਦੇ ਸਨ, ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਤਮਾਕੂ ਦਾ ਸੇਵਨ ਕਰਨ ਵਾਲਾ ਲੰਗਰ 'ਚ ਸੇਵਾ ਨਹੀਂ ਕਰ ਸਕਦਾ। ਕਹਿੰਦੇ ਬਾਬਾ ਜੀ ਇਹ ਤਾਂ ਅੰਮ੍ਰਿਤ ਵੇਲੇ ਨਹਾ ਕੇ ਆਉਂਦਾ ਹੈ, ਤੇ ਤਮਾਕੂ ਵਾਲਾ ਨਹਾ ਕੇ ਵੀ ਸੁੱਚਾ ਨਹੀਂ ਜੇ ਹੁੰਦਾ। ਫਿਰ ਸ਼ਰਾਬ ਆਦਿਕ ਪੀਣ ਵਾਲਾ ਉਹ ਇਸ਼ਨਾਨ ਕਰਕੇ ਸੇਵਾ ਕਰ ਲੇ, ਪਰ ਤਮਾਕੂ ਵਾਲਾ ਨਹੀਂ ਕਰ ਸਕਦਾ। ਕਹਿੰਦੇ ਬਾਬਾ ਜੀ ਕੀ ਫਰਕ ਹੈ? ਮੈਂ ਕਿਹਾ ਮਹਾਰਾਜ ਨੇ ਫਰਕ ਦੱਸਿਆ ਹੈ। ਇਹ ਤਾਂ ਸਤਿਗੁਰੂ ਜੀ ਕਹਿੰਦੇ ਵੀ ਇਹ ਤਾਂ ਜਗਤ ਝੂਠ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਹੁਣ ਇਹ ਜਵਾਬ ਦੇ ਰਹੇ ਆ ਹਜੂਰ। ਸੋਚੇ ਇਹ ਨ ਆਖੀਆ ਹੈ। ਮਹਾਰਾਜ ਕਹਿੰਦੇ ਉਹ ਤਮਾਕੂ ਖਾਣ ਵਾਲੇ ਕਦੇ ਵੀ ਸੁੱਚੇ ਨਹੀਂ ਆਖੇ ਜਾਂਦੇ। ਬਹਿਨ ਜੇ ਪਿੰਡਾ ਧੋਏ, ਜੇ ਬਾਹਰੋਂ ਆਪਣਾ ਪਿੰਡਾ ਵੀ ਧੋ ਕਰਕੇ ਬਹਿ ਜਾਣ ਨਾ ਇਸ਼ਨਾਨ ਕਰਕੇ, ਤਾਂ ਵੀ ਉਹ ਸੁੱਚੇ ਨਹੀਂ ਹੋ ਜਾਂਦੇ। ਕੋਈ ਉਹ ਸੰਗਤ ਵਿੱਚ ਲੰਗਰ ਵਰਤਾਉਣ ਜਾਂ ਇਸ ਪ੍ਰਕਾਰ ਦੀ ਸੇਵਾ ਨਹੀਂ ਕੋਈ ਕਰ ਸਕਦੇ। ਖਾ ਤਾਂ ਜਿਹੜਾ ਮਰਜ਼ੀ ਸਕਦਾ ਗੁਰੂ ਘਰੋਂ, ਲੰਗਰ ਤਾਂ ਸਭ ਛਕ ਲੈਣ, ਪਰ ਫਿਰ ਵੀ ਪੰਗਤ ਵਿੱਚ ਤਮਾਕੂ ਵਾਲੇ ਦਾ ਬੈਠਣਾ ਸਾਧ ਸੰਗਤ ਜੀ ਦੂਸਰਿਆਂ ਦੀ ਰਹਿਤ ਵਿੱਚ ਢਲਿਆਈ ਹੁੰਦੀ ਹੈ। ਇਸੇ ਕਰਕੇ ਸਤਿਪੁਰਖ ਕਹਿੰਦੇ ਵੀ ਲੰਗਰ ਤੋਂ ਮਨਾਹੀ ਨਹੀਂ, ਤੁਸੀਂ ਵੱਖਰੀ ਪੰਗਤੀ ਆਪਣੀ ਲਾ ਲਓ। ਕਿਉਂਕਿ ਸੰਗਤ ਵਿੱਚ ਤਾਂ ਫਿਰ ਕੋਈ ਨਾਮ ਜਪਣ ਵਾਲੇ ਗੁਰਮੁਖ ਵੀ ਬਹਿੰਦੇ ਆ ਨਾ ਆ ਕਰਕੇ। ਇਸ ਕਰਕੇ ਹਜੂਰ ਕਹਿੰਦੇ ਪਿੰਡਾ ਧੋ ਕੇ ਕੋਈ ਇਸ਼ਨਾਨ ਕਰਕੇ ਬਹਿ ਜੇ ਤਮਾਕੂ ਪੀਣ ਵਾਲਾ ਤੇ ਸੁੱਚਾ ਨਹੀਂ ਬਣ ਸਕਦਾ। ਸੋਚੇ ਸੇ ਨਾਨਕਾ, ਮਹਾਰਾਜ ਕਹਿੰਦੇ ਸੁੱਚੇ ਤਾਂ ਭਾਈ ਮਰਦਾਨਿਆ ਉਹ ਹਨ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚੋਂ ਵਾਹਿਗੁਰੂ ਵਸ ਗਿਆ ਹੈ, ਉਹ ਸੁਚਮਤਾ ਦੇ ਸਹਿਤ ਹਨ। ਮਹਾਰਾਜ ਜੀ ਕਹਿੰਦੇ ਹਨ ਇਸੇ ਪ੍ਰਕਾਰ ਫਿਰ ਪੜੋ। ਸੋਚੇ ਇਹ ਨ ਆਖੀਆ ਹੈ। ਜਿਉਂ ਜੋਰੂ ਸਿਰ
ਜਿਉ ਜੋਰੂ ਸਿਰ ਨਾਵਣੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਦ੍ਰਿਸ਼ਟਾਂਤ ਦਿੱਤਾ ਹੈ ਸਾਧ ਸੰਗਤ ਜੀ, ਸੁਚਮਤਾ ਕੀ ਹੁੰਦੀ ਹੈ। ਬਾਹਰੀ ਸੁਚਮਤਾ ਰੱਖੇ ਤਾਂ ਮਹਾਰਾਜ ਕਹਿੰਦੇ ਭਾਈ ਨਾਮ ਜਪੇ ਨਾ, ਹਜੂਰ ਕਹਿੰਦੇ ਪਖੰਡ ਵੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਜਿਉ ਜੋਰੂ ਸਿਰ ਨਾਵਣੀ। ਜਿਵੇਂ ਜੋਰੂ ਇਸਤਰੀ ਦੇ ਸਿਰ ਦੇ ਉੱਤੇ ਨਾਵਣੀ ਜਿਹੜੀ ਆਉਂਦੀ ਹੈ, ਭਾਵ ਰਿਤੂ ਆਉਂਦੀ ਹੈ, ਮਹੀਨਾ ਆਉਂਦਾ ਹੈ, ਆਵੇ ਵਾਰੋ ਵਾਰ, ਤੇ ਉਹ ਫਿਰ ਬਾਰ-ਬਾਰ ਆਉਂਦਾ ਹੈ। ਉਦੋਂ ਇਸਤਰੀ ਨੂੰ ਅਪਵਿੱਤਰ ਜਿਹੜਾ ਸਮਝਿਆ ਜਾਂਦਾ ਹੈ ਉਹ 4-5 ਦਿਨ। ਪਰ ਸਾਧ ਸੰਗਤ ਜੀ ਜੇ ਵੇਖੀਏ ਨਾ ਤੇ ਉਸ ਖੂਨ ਤੋਂ ਹੀ ਮਨੁੱਖ ਦੀ ਬਣਤਰ ਬਣਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਹਾਰਾਜ ਕਹਿੰਦੇ ਭਾਈ ਜਿਹੜਾ ਪਾਣੀ ਦੀ ਨਿਆਈ ਭਾਵ ਧਾਤੂ ਹੁੰਦਾ ਹੈ ਨਾ ਮਨੁੱਖ ਦਾ, ਤੇ ਇਸਤਰੀ ਦੀ ਜਿਹੜੀ ਰਕਤ ਹੁੰਦੀ ਹੈ, ਇਹਨਾਂ ਦੋਹਾਂ ਦੇ ਮਿਲਾਪ ਤੋਂ ਜੀਵ ਦੀ ਦੇਹੀ ਬਣਦੀ ਹੈ। ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹਰਾ ਕਰਿਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਤਾਂ ਓਨਾ ਸਮਾਂ ਹੀ ਅਪਵਿੱਤਰ ਮੰਨਿਆ ਹੋਇਆ ਨਾ। ਕਈ ਨਾਸਤਕ ਜਿਹੜੇ ਆ ਨਾ ਸਾਧ ਸੰਗਤ ਜੀ, ਉਹ ਇਸ ਗੱਲ ਦੇ ਉੱਤੇ ਬੜੀ ਬਹਿਸ ਕਰਦੇ ਆ ਕਿ ਇਹ ਜਿਹੜਾ ਹੈ ਕੋਈ ਅਪਵਿੱਤਰਤਾ ਨਹੀਂ। ਉਸ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇਸਤਰੀ ਬੈਠ ਸਕਦੀ ਹੈ, ਭੋਜਨ ਪਕਾ ਸਕਦੀ ਹੈ। ਇਹ ਨਾਸਤਕਾਂ ਦੇ ਆਖੇ ਨਹੀਂ ਗੁਰਮੁਖ ਬੀਬੀਆਂ ਨੂੰ ਲੱਗਣਾ ਚਾਹੀਦਾ। ਤੇ ਇਹ ਸਰੀਰ ਜਿਹੜਾ ਨਾ ਮਹਾਰਾਜ ਨੇ ਸੁੱਚਾ ਤਾਂ ਕਿਹਾ ਹੀ ਨਹੀਂ, ਸੁੱਚਾ ਤਾਂ ਨਾਮ ਦੇ ਨਾਲ ਮਨ ਹੁੰਦਾ ਹੈ, ਫਿਰ ਨਾਮ ਦੀ ਬਰਕਤ ਕਰਕੇ ਸਰੀਰ ਵੀ ਸੁੱਚਾ ਹੋ ਜਾਂਦਾ ਹੈ। ਇਹ ਸਤਿਗੁਰੂ ਜੀ ਕਹਿੰਦੇ ਜਿਵੇਂ ਮਹੀਨੇ ਬਾਅਦ ਇਹ ਰਿਤੂ ਆਉਂਦੀ ਹੈ, ਝੂਠੇ ਝੂਠਾ ਮੁਖ ਵਸਾ, ਉਸ ਨੂੰ ਸਿਰ ਨਹਾਉਣੀ ਕਹਿੰਦੇ ਆ ਸਾਧ ਸੰਗਤ ਜੀ। ਤੇ ਮਹਾਰਾਜ ਜੀ ਕਹਿੰਦੇ ਹਨ ਝੂਠੇ ਝੂਠਾ ਮੁਖ ਵਸਾ। ਮਹਾਰਾਜ ਕਹਿੰਦੇ ਭਾਈ ਜਿਹੜਾ ਝੂਠ ਬੋਲਦਾ ਨਾ, ਝੂਠ ਦੀ ਝੂਠ ਜਿਹਦੇ ਮੂੰਹ 'ਚ ਵਸੀ ਹੋਈ ਹੈ, ਉਹ ਮਹਾਰਾਜ ਕਹਿੰਦੇ ਉਸ ਇਸਤਰੀ ਦੇ 4 ਦਿਨਾਂ ਦੇ ਗਲੀਚ ਤੋਂ ਵੀ ਗਲੀਚ ਮਾੜਾ ਹੈ ਜਿਹੜਾ ਝੂਠ ਬੋਲਦਾ ਹੈ। ਝੂਠੇ ਝੂਠਾ ਮੁਖ ਵਸੈ, ਜਿਹੜੀ ਝੂਠ ਦੀ ਝੂਠ ਜਿਹੜੀ ਅੰਤःਕਰਣ ਦੇ ਮੂੰਹ ਵਿੱਚ ਜਿਹਦੇ ਵਸ ਜਾਂਦੀ ਹੈ, ਨਿਤ ਨਿਤ ਹੋਏ ਖੁਆਰ। ਉਹ ਮਹਾਰਾਜ ਕਹਿੰਦੇ ਨਿਤ ਨਿਤ ਹੀ ਖੁਆਰ ਹੁੰਦੇ, ਹਮੇਸ਼ਾ ਲਈ ਸਦਾ ਹੀ। ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਅਵਿਦਿਆ ਰੂਪੀ ਝੂਠ ਲੱਗੀ ਹੋਈ ਹੈ, ਮਹਾਰਾਜ ਕਹਿੰਦੇ ਭਾਈ ਉਹ ਸਦਾ ਹੀ ਝੂਠੇ ਹੈ, ਉਹ ਨਹੀਂ ਸੁੱਚੇ ਹੁੰਦੇ। ਝੂਠ ਬੋਲਣ ਵਾਲਾ ਮਨੁੱਖ ਕਿੱਦਾਂ ਸੁੱਚਾ ਹੋ ਜਾਊਗਾ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਮਨ ਨੂੰ ਅਵਿਦਿਆ ਰੂਪੀ ਝੂਠ ਲੱਗੀ ਰਹਿੰਦੀ ਹੈ, ਉਹ ਨਹੀਂ ਸੁੱਚੇ ਹੁੰਦੇ। ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ, ਨਿਤ ਨਿਤ ਹਮੇਸ਼ਾ ਲਈ ਉਹ ਖਰਾਬ ਹੀ ਹੁੰਦੇ ਆ ਲੋਕ ਪਰਲੋਕ ਵਿੱਚ। ਸੁੱਚੇ ਇਹ ਨ ਆਖਿਆ ਹੈ, ਮਹਾਰਾਜ ਕਹਿੰਦੇ ਸੁੱਚੇ ਭਾਈ ਇਹ ਨਹੀਂ ਆਖੇ ਜਾਂਦੇ ਜਿਹੜੇ ਠੱਗੀਆਂ ਫਰੇਬੀਆਂ ਕਰਨ, ਗਰੀਬਾਂ ਦਾ ਲਹੂ ਪੀਣ। ਬਹਿਨ ਜੇ ਪਿੰਡਾ ਧੋਏ, ਜੋ ਪਿੰਡਾ ਧੋ ਕੇ ਬਹਿ ਜਾਣ। ਆ ਕਿੰਨੇ ਆ ਜਿਹੜੇ ਅਮੀਰ ਵਜ਼ੀਰ ਲੋਕਾਂ ਦਾ ਲਹੂ ਪੀਂਦੇ ਆ ਤੇ ਨਹਾ ਧੋ ਕੇ ਪੂਜਾ ਕਰਾ ਰਹੇ ਹੁੰਦੇ ਆ। ਦੱਸੋ ਵੀ ਨਹਾ ਧੋ ਕੇ ਸੁਚਮਤਾ ਹੋ ਜਾਊਗੀ? ਜਿਹੜਾ ਇੰਨਾ ਗਰੀਬਾਂ ਦਾ ਹੱਕ ਮਾਰਿਆ, ਇੰਨਾ ਲਹੂ ਚੂਸਿਆ ਹੈ। ਮਹਾਰਾਜ ਜੀ ਕਹਿੰਦੇ ਭਾਈ ਸੁੱਚੇ ਇਹ ਨਾ ਆਖੀਏ। ਉਹ ਸੁੱਚੇ ਨਹੀਂ ਆਖੇ ਜਾਂਦੇ ਜਿਹੜੇ ਬਹਿਣ ਜੋ ਪਿੰਡਾ ਧੋਏ, ਕਹਿਣ ਲੱਗੇ ਮੈਂ ਤਾਂ ਬੜੇ ਸਾਬਣ ਨਾਲ ਕੇਸੀ ਇਸ਼ਨਾਨ ਕੀਤਾ, ਬੜੇ ਸੁੱਚੇ ਵਸਤਰ ਪਾਏ ਐ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬਾਹਰੀ ਸੁਚਮਤਾ ਨਾਲ ਭਾਈ ਸੁਚਮਤਾ ਨਹੀਂ ਹੁੰਦੀ ਹੈ, ਭਾਵੇਂ ਕੋਈ ਕਿੰਨਾ ਇਸ਼ਨਾਨ ਕਰਕੇ ਬਹਿ ਜਾਵੇ। ਮਹਾਰਾਜ ਜੀ ਨੇ ਤੇ ਉਹ ਬਚਨ ਕਹੇ ਆ ਨਾ ਕਿ ਵੀ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਫਿਰ ਡੱਡੂ ਪਹਿਲੋਂ ਮੁਕਤ ਹੋਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇਉਂ ਸੁੱਚੇ ਨਹੀਂ ਹੋਈਦਾ ਹੈ। ਸੁੱਚੇ ਸੇ ਨਾਨਕਾ, ਗਰੀਬ ਨਵਾਜ ਜਗਤ ਗੁਰੂ ਜੀ ਕਹਿੰਦੇ ਆ ਵੀ ਸੁੱਚੇ ਤਾਂ ਉਹ ਹਨ ਭਾਈ ਮਰਦਾਨਿਆ, ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚੋਂ ਮੇਰਾ ਵਾਹਿਗੁਰੂ ਵਸ ਗਿਆ ਨਾ, ਉਹਨਾਂ ਦਾ ਮਨ ਵੀ ਸੁੱਚਾ ਹੈ ਤੇ ਉਹਨਾਂ ਦਾ ਤਨ ਵੀ ਸੁੱਚਾ ਹੈ। ਉਹਨਾਂ ਦੇ ਤਾਈਂ ਵੇਖੀਏ ਤੇ ਅਪਵਿੱਤਰ ਲੋਕ ਵੀ ਜਿਹੜੇ ਆ ਨਾ ਪਾਪੀ, ਉਹ ਵੀ ਪਵਿੱਤਰ ਹੋ ਜਾਂਦੇ ਆ। ਇੰਨੇ ਪਾਕ ਹੁੰਦੇ, ਇੰਨੇ ਪਵਿੱਤਰ ਹੁੰਦੇ ਆ ਰੱਬ ਦੇ ਪਿਆਰੇ। ਮਹਾਰਾਜ ਕਹਿੰਦੇ ਭਾਈ ਨਾਮ ਦੇ ਜਪਣੇ ਕਰਕੇ ਸੁੱਚੇ ਹੋਈਦਾ। ਤੇ ਜਿਹੜੀਆਂ ਬੀਬੀਆਂ ਇਹ ਮਹਾਰਾਜ ਦ੍ਰਿਸ਼ਟਾਂਤ ਦਿੱਤਾ ਕੇਵਲ ਉਹਨਾਂ ਨੂੰ ਇਹ ਚਾਹੀਦਾ ਕਿ ਭਾਈ ਨਾਮ ਦਾ ਹੀ ਜਾਪ ਕਰਨ।
ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਣ ਤੋਂ ਕੋਈ ਜਿਹੜੀ ਆ ਮਨਾਹੀ ਨਹੀਂ। ਕਈ ਇਉਂ ਵੀ ਮਨਮਤ ਕਰ ਲੈਂਦੇ ਆ ਵੀ ਰਿਤੂ ਆਈ ਹੈ ਹੁਣ ਵਾਹਿਗੁਰੂ ਮੰਤਰ ਵੀ ਨਹੀਂ ਜਪਣਾ। ਇਸ ਤਰ੍ਹਾਂ ਨਹੀਂ ਹੈ। ਗੁਰਮੰਤਰ ਦਾ ਜਾਪ ਕਰਨਾ, ਆਪ ਦਾ ਨਿਤਨੇਮ ਕਰਨਾ, ਤੇ ਇਹ ਸੁਚਮਤਾ ਦੇ ਪੱਖ ਤੋਂ ਕਿਹਾ ਕਿ ਭਈ ਉਹਨਾਂ ਚਿਰ ਚੌਂਕੇ ਦੇ ਅਧਿਕਾਰੀ ਮਹਾਰਾਜ ਨੂੰ ਭੋਗ ਨਹੀਂ ਲਵਾਉਣਾ ਜਾਂ ਗੁਰੂ ਸਾਹਿਬ ਦੀ ਤਾਬਿਆ ਨਹੀਂ ਉਹਨਾਂ ਸਮਾਂ ਜਾਣਾ ਚਾਹੀਦਾ। ਫਿਰ ਜਦੋਂ ਰਿਤੂ ਦਾ ਸਮਾਂ ਨਾ ਹੋਵੇ, ਇਸ਼ਨਾਨ ਕਰਕੇ ਸਣਕੇਸੀ ਤੇ ਸੁੱਚੇ ਵਸਤਰ ਪਹਿਨ ਕੇ ਮਹਾਰਾਜ ਜੀ ਦੇ ਹਜ਼ੂਰ ਜਾਣਾ ਚਾਹੀਦਾ। ਇਉਂ ਇਸ ਪ੍ਰਕਾਰ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਪੌੜੀ ਦੁਆਰਾ ਮਹਾਰਾਜ ਜੀ ਫਰਮਾਉਂਦੇ ਆ, ਤੁਰੇ ਪਲਾਣੇ ਪਾਉਣ ਵੇਗ। ਸਤਿਗੁਰੂ ਜੀ ਕਹਿੰਦੇ ਆ ਜਿਸ ਸਮੇਂ ਭਾਈ ਮੰਗੂ ਤੇ ਭਾਗੂ ਕਹਿੰਦੇ ਮਹਾਰਾਜ ਜਿਹੜੇ ਇਹ ਰਾਜੇ ਮਹਾਰਾਜੇ ਲੋਕ ਹੈ ਜਿਨ੍ਹਾਂ ਦੇ ਚਿੱਤ ਮਹਾਰਾਜ ਇਸ ਮਹਿਲ ਮਾੜੀਆਂ 'ਚ ਲੱਗੇ ਰਹਿੰਦੇ ਆ, ਉਹਨਾਂ ਬਾਬਤ ਦੱਸੋ। ਬਹੁਤ ਧਨ ਪਦਾਰਥ ਉਹਨਾਂ ਨੇ ਇਕੱਠਾ ਕੀਤਾ ਹੁੰਦਾ ਹੈ ਤੇ ਹਜ਼ੂਰ ਹੁਣ ਪੌੜੀ ਵਿੱਚ ਵਿਰਾਗਮਈ ਉਪਦੇਸ਼ ਮਹਾਰਾਜ ਕਹਿੰਦੇ ਆ, ਤੁਰੇ ਪਲਾਣੇ ਪਾਉਣ ਵੇਗ। ਮਹਾਰਾਜ ਜੀ ਕਹਿੰਦੇ ਭਾਈ ਤੁਰੇ ਕਹਿੰਦੇ ਆ ਘੋੜਿਆਂ ਨੂੰ। ਘੋੜੇ ਮਹਾਰਾਜ ਕਹਿੰਦੇ ਕਿਉਂਕਿ ਘੋੜੇ ਦੀਆਂ ਸਵਾਰੀਆਂ ਪਹਿਲੋਂ ਮਹਿੰਗੇ ਮਹਿੰਗੇ ਘੋੜੇ ਰਾਜੇ ਮਹਾਰਾਜੇ ਰੱਖਿਆ ਕਰਦੇ, ਤੇ ਪਲਾਣ ਕਾਠੀ ਨੂੰ ਵੀ ਕਹਿੰਦੇ ਆ ਤੇ ਪਲਾਣ ਭੱਜਣ ਨੂੰ ਵੀ ਕਹਿੰਦੇ ਆ। ਤੇ ਮਹਾਰਾਜ ਜੀ ਕਹਿੰਦੇ ਹਨ ਤੁਰੇ ਪਲਾਣੇ ਪਾਉਣ ਵੇਗ। ਪਾਉਣ ਦੇ ਵੇਗ ਨੂੰ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਜਿਵੇਂ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਕਿਹਾ ਇਹੋ ਜੇ ਘੋੜੇ ਹੋਣ ਕਿ ਹਵਾ ਦੇ ਵੇਗ ਨੂੰ ਪਿੱਛੇ ਸਿੱਟ ਦੇਣ। ਇੰਨੀ ਤੇਜ਼ੀ ਦੇ ਨਾਲ ਘੋੜੇ ਜਿਹੜੇ ਚੱਲਣ ਵਾਲੇ ਉਹਨਾਂ ਦੇ ਕੋਲ ਹੋਣ। ਹਰ ਰੰਗੀ ਹਰਮ ਸਵਾਰਿਆ। ਤੇ ਹਰਮ ਕਹਿੰਦੇ ਆ ਮਹਿਲਾਂ ਨੂੰ। ਹਰੇਕ ਰੰਗਾਂ ਦਾ ਰੰਗ ਕਰਕੇ ਆਪਣੇ ਮਹਿਲਾਂ ਨੂੰ ਬੜਾ ਸਵਾਰਿਆ ਹੋਇਆ ਤੇ ਹਵਾ ਨਾਲੋਂ ਤੇਜ਼ ਚੱਲਣ ਵਾਲੇ ਘੋੜੇ ਆਪਣੇ ਕੋਲ ਰੱਖੇ ਹੋਏ ਆ। ਕੋਠੇ ਮੰਡਪ ਮਾੜੀਆ। ਫਿਰ ਵੱਡੇ ਵੱਡੇ ਕੋਠੇ ਮੰਡਪ ਜਿਹੜੇ ਮੰਡੂਏ ਤੋਂ ਬਣਾ ਕਰਕੇ ਗੁੰਬਜ, ਤੇ ਫਿਰ ਮਹਾਰਾਜ ਕਹਿੰਦੇ ਉੱਚੀਆਂ ਉੱਚੀਆਂ ਮਹਿਲ ਮਾੜੀਆਂ ਜੋ ਹਨ। ਲਾਏ ਬੈਠੇ ਕਰ ਪਾਸਾਰਿਆ। ਤੇ ਉਹ ਲਾ ਕਰਕੇ ਚਿੱਤ ਉਹਨਾਂ ਵਿੱਚ ਬੈਠ ਗਏ ਐ ਤੇ ਪਦਾਰਥਾਂ ਦਾ ਪਸਾਰਾ ਮਹਾਰਾਜ ਕਹਿੰਦੇ ਪਸਾਰ ਕਰਕੇ ਬੈਠੇ ਹੋਏ ਐ। ਅਗਿਆਨੀ ਜੀਵ ਐ, ਇਹ ਰਹਿਣ ਵਾਲੀਆਂ ਕੋਈ ਚੀਜ਼ਾਂ ਨਹੀਂ। ਨਾ ਤਾਂ ਹਵਾ ਦੇ ਵੇਗ ਨਾਲ ਚੱਲਣ ਵਾਲੇ, ਹਵਾ ਦੇ ਵੇਗ ਨੂੰ ਪਿੱਛੇ ਸਿੱਟ ਦੇਣ ਵਾਲੇ ਘੋੜੇ, ਨਾ ਉਹ ਸੋਨੇ ਦੀਆਂ ਕਾਠੀਆਂ ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਜੜ ਜੜ ਕੇ ਰਾਜੇ ਚੜ੍ਹਦੇ ਐ। ਤੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਮਹਿਲਾਂ ਨੂੰ ਬਹੁਤ ਜ਼ਿਆਦਾ ਹਰ ਰੰਗ ਦੇ ਨਾਲ ਸ਼ਿੰਗਾਰਦੇ ਐ, ਜੇ ਕਿਲਿਆਂ ਵਿੱਚ ਜਾਓ ਨਾ ਤੇ ਉਹ ਕਿਲਿਆਂ ਦੇ ਸਾਧ ਸੰਗਤ ਜੀ ਅੰਦਰ ਕਈ ਤਰ੍ਹਾਂ ਦੇ ਮਹਿਲ ਹੁੰਦੇ ਆ। ਇਹ ਸ਼ੀਸ਼ ਮਹਿਲ ਹੈ ਜੀ, ਇਹ ਫਲਾਨਾ ਮਹਿਲ ਹੈ, ਇਹ ਦੀਵਾਨੇ ਆਮ ਹੈ, ਦੀਵਾਨੇ ਖਾਸ ਹੈ। ਇਸ ਤਰ੍ਹਾਂ 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 ਦੇ ਰੰਗ ਜਿਹੜੇ ਉਹਨਾਂ ਨੂੰ ਸਵਾਰਦੇ ਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਦੂਸਰੀ ਪੰਕਤੀ, ਕੋਠੇ ਮੰਡਪ ਮਾੜੀਆ। ਕੋਠਿਆਂ ਦੀ ਨਿਆਈ ਸਾਧ ਸੰਗਤ ਜੀ ਜਿਹੜੇ ਅਗਿਆਨੀ ਜੀਵ ਹੈ, ਤੇ ਮੰਡਪ ਦੀ ਨਿਆਈ ਜਿਹੜੇ ਪਖੰਡੀ ਹਨ, ਤੇ ਮਾੜੀਆਂ ਦੀ ਨਿਆਈ ਜਿਹੜੇ ਪਾਪੀ ਜੀਵ ਹਨ। ਲਾਏ ਬੈਠੇ ਕਰ ਪਾਸਾਰਿਆ। ਮਹਾਰਾਜ ਜੀ ਕਹਿੰਦੇ ਭਾਈ ਇਹ ਦੇਹਾਂ ਵਿੱਚ ਹੀ ਚਿੱਤ ਲਾ ਕਰਕੇ ਬਹਿ ਗਏ ਐ ਤੇ ਇਹਨਾਂ ਨੇ ਬੜਾ ਜ਼ਿਆਦਾ ਪਸਾਰਾ ਪਸਾਰਿਆ ਹੋਇਆ ਪਦਾਰਥਾਂ ਦਾ। ਆਪਣੇ ਧੀਆਂ ਪੁੱਤਰਾਂ ਵਿੱਚ ਹੀ ਚਿੱਤ ਲਾ ਕਰਕੇ ਸੰਸਾਰ ਦੇ ਅੰਦਰ ਮਾਇਆ ਦੇ ਪਸਾਰੇ ਵਿੱਚ ਖੁੱਭ ਗਏ ਆ। ਹੋਰ ਤਾਂ ਕੁਝ ਨਹੀਂ, ਜਨਮ ਹਾਰ ਜਾਣਗੇ। ਚੀਜ਼ ਕਰਨ ਮਨ ਭਾਵਦੇ। ਤੇ ਫਿਰ ਮਨ ਭਾਉਂਦੇ ਚੀਜ਼ ਕੀ ਚੋਜ ਕਰਦੇ ਆ, ਕਲੋਲਾਂ ਕਰਦੇ ਆ ਉਹਨਾਂ ਮਹਿਲ ਮਾੜੀਆਂ ਦੇ ਅੰਦਰ ਪਰਮੇਸ਼ਰ ਨੂੰ ਭੁਲਾ ਕਰਕੇ ਕਾਮ ਕਰੀੜਾ ਕਰਦੇ ਆ। ਹਰ ਬੁੱਝਣ ਨਾਹੀ ਹਾਰਿਆ। ਹਰ ਬੁੱਝਣ ਨਾਹੀ ਹਾਰਿਆ। ਹਰੀ ਦੇ ਨਾਮ ਜਪਣ ਦਾ ਤਾਂ ਰਸ ਬੁੱਝਦੇ ਹੀ ਨਹੀਂ, ਸਮਝਦੇ ਹੀ ਨਹੀਂ। ਕੋਈ ਅੰਮ੍ਰਿਤ ਵੇਲੇ ਨਹੀਂ ਉੱਠਣਾ। ਜਿਨ੍ਹਾਂ ਘਰਾਂ 'ਚ ਅੰਮ੍ਰਿਤ ਵੇਲਾ ਚਲੇ ਜਾਂਦਾ ਸਾਧ ਸੰਗਤ ਜੀ, ਉਹ ਦੁੱਖਾਂ ਨੂੰ ਆਪ ਸੱਦਾ ਦਿੰਦੇ ਆ, ਉਹ ਰੋਗਾਂ ਨੂੰ ਆਪ ਸੱਦਾ ਦਿੰਦੇ ਆ ਵੀ ਆ ਕਲਯੁਗ ਸਾਡੇ ਘਰ ਦੇ ਬੂਹੇ ਖੁੱਲੇ ਆ, ਤੂੰ ਅੰਦਰ ਵੜ ਆ ਕਰਕੇ। ਉੱਥੇ ਫਿਰ ਕਲੇਸ਼ ਨੱਚਦਾ ਸਾਧ ਸੰਗਤ ਜੀ। ਜਿਸ ਘਰ ਦੇ ਵਿੱਚੋਂ ਮਹਾਰਾਜ ਦਾ ਅੰਮ੍ਰਿਤ ਵੇਲਾ ਦੱਸਿਆ ਨਿਕਲ ਜਾਂਦਾ ਹੈ, ਜਿਸ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਜਾਪ ਨਹੀਂ ਹੁੰਦਾ, ਉੱਥੇ ਕੀ ਕਲੇਸ਼ ਹੀ ਹੋਣਾ। ਫਿਰ ਸਾਰੇ ਜੀ ਆਪੋ ਵਿੱਚ ਭੂਤਨੇ ਬਣ ਬਣ ਕੇ ਲੜਦੇ ਆ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਮਹਾਰਾਜ ਕਹਿੰਦੇ ਹਨ ਚੀਜ਼ ਕਰਨ ਮਨ ਭਾਵਦੇ। ਮਨ ਭਾਉਂਦੇ ਚੋਜ ਕਰਦੇ ਆ। 12-12 ਵਜੇ ਤੱਕ ਸੁੱਤੇ ਨਹੀਂ ਉੱਠਦੇ, ਕਹਿੰਦੇ ਕੀ ਪਰਵਾਹ, ਕੋਈ ਗੱਲ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਮਨ ਭਾਉਂਦੇ ਚੋਜਾਂ ਨੂੰ ਕਰਦੇ ਆ, ਕਰੀੜਾ ਕਰਦੇ ਆ। ਹਰ ਬੁੱਝਣ ਨਾਹੀ ਹਾਰਿਆ। ਜਦੋਂ ਹਰੀ ਦੇ ਨਾਮ ਦੇ ਰਸ ਨੂੰ ਬੁੱਝਦੇ ਹੀ ਨਹੀਂ, ਸਮਝਦੇ ਹੀ ਨਹੀਂ, ਤੇ ਮਹਾਰਾਜ ਕਹਿੰਦੇ ਭਈ ਇਹ ਹਾਰ ਜਾਣਗੇ।
ਫਿਰ ਜਿੱਤ ਕੇ ਥੋੜੋ ਜਾ ਸਕਦੇ ਆ, ਹਾਰ ਜਾਣਗੇ ਆਪਣੇ ਮਨੁੱਖਾ ਜਨਮ ਦੀ ਇਸ ਬਾਜੀ ਨੂੰ। ਕਰ ਫੁਰਮਾਇਸ਼ ਖਾਇਆ, ਕਰ ਫਰਮਾਇਸ਼ ਖਾਇਆ, ਫਰਮਾਇਸ਼ਾਂ ਪਾਉਂਦੇ ਆ ਵੀ ਅੱਜ ਆਹ ਬਣਾਓ, ਅੱਜ ਆਹ ਬਣਾਓ, ਨਹੀਂ ਬਣਾਇਆ ਤੇ ਘਰ ਵਾਲੀ ਨੂੰ ਕੁੱਟ ਕੱਢਦੇ ਆ। ਇਸ ਤਰ੍ਹਾਂ ਬਹੁਤ ਜ਼ਿਆਦਾ ਫਰਮਾਇਸ਼ਾਂ ਪਾ ਕੇ ਖਾਂਦੇ ਆ। ਕਦੇ ਤਾਂ ਸ਼ਰਾਬਾਂ ਡਾਉਂਦੇ ਆ, ਕਦੀ ਕੁਛ ਕਰਦੇ ਆ, ਕਦੇ ਫਰਮਾਇਸ਼ਾਂ ਪਾਉਂਦੇ ਆ ਮੇਰੇ ਲਈ ਵਲੈਤ ਤੋਂ ਆਹ ਚੀਜ਼ ਆਉਣੀ ਚਾਹੀਦੀ ਹੈ, ਕਦੇ ਆਹ ਚੀਜ਼ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਕਰ ਕਰਕੇ ਫਰਮਾਇਸ਼ਾਂ ਭਾਈ ਖਾਂਦੇ ਆ, ਬੜੇ ਖਾਣਿਆਂ ਨੂੰ ਉਡਾਉਂਦੇ ਆ। ਵੇਖ ਮਹਿਲਤ ਮਰਨ ਵਿਸਾਰਿਆ, ਵੇਖ ਕਰਕੇ ਆਪਣੇ ਮਹਿਲਾਂ ਨੂੰ ਕਿ ਬੜੇ ਬਲੇ ਸਾਡੀਆਂ ਮਹਿਲ ਮਾਣੀਆਂ, ਤੇ ਆਪਣੇ ਘਰਾਂ ਨੂੰ ਉੱਚਿਆਂ ਨੂੰ ਵੇਖ ਕਰਕੇ ਮਹਾਰਾਜ ਕਹਿੰਦੇ ਮਰਨ ਵਿਸਾਰਿਆ, ਮੌਤ ਭੁਲਾ ਹੀ ਛੱਡੀ ਹੈ। ਬਾਣੀ ਕਹਿੰਦੀ ਹੈ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਇਹ ਬੜੇ ਬੜੇ ਤੇਰੇ ਉੱਚੇ ਮਹਿਲ ਹੈ, ਮਹਾਰਾਜ ਕਹਿੰਦੇ ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਨਾ ਤੇ ਵੇਖ ਵੇਖ ਕੇ ਤੈਨੂੰ ਆਪਣੀਆਂ ਮਹਿਲ ਮਾੜੀਆਂ ਹੰਕਾਰ ਫੁਰ ਰਿਹਾ, ਹਾਰ ਜਾਏਗਾ ਮਨੁੱਖਾ ਜਨਮ। ਹਜੂਰ ਕਹਿੰਦੇ ਹਨ ਕਰ ਫੁਰਮਾਇਸ਼ ਖਾਇਆ, ਕਰ ਕਰਕੇ ਫਰਮਾਇਸ਼ਾਂ ਪਾ ਕੇ ਤੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਹੈ। ਵੇਖ ਮਹਿਲਤ ਮਰਨ ਵਿਸਾਰਿਆ, ਮਹਿਲਤ ਮਹਿਲ ਇਸਤਰੀ ਨੂੰ ਵੀ ਕਹਿੰਦੇ ਆ। ਵੇਖ ਕਰਕੇ ਤੂੰ ਆਪਣੀ ਇਸਤਰੀ ਦੀ ਸੁੰਦਰਤਾ ਨੂੰ ਤੇ ਬਹੁਤ ਜ਼ਿਆਦਾ ਹੰਕਾਰੀ ਹੋਇਆ ਪਿਆ ਹੈ। ਸੁੰਦਰ ਨਾਰੀ ਇਹ ਸ਼ਬਦ ਕਹੇ ਹੈ ਨਾ, ਤੇ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਤੂੰ ਮਰਨਾ ਭੁਲਾ ਹੀ ਦਿੱਤਾ ਹੈ, ਵਿਸ਼ਿਆਂ ਵਕਾਰਾਂ ਦੇ ਵਿੱਚ ਪਿਆ ਹੋਇਆ ਹੈ। ਇਹ ਇਸਤਰੀ ਦੇ ਮੋਹ ਦੀ ਤੇਰੇ ਚਰਨਾਂ ਵਿੱਚ ਪੈਰਾਂ 'ਚ ਬੇੜੀ ਪੈ ਗਈ ਹੈ, ਪਰਮਾਰਥ ਦੇ ਰਾਹ ਤੇ ਚੱਲਦਾ ਹੀ ਨਹੀਂ ਹੈ ਤੂੰ। ਪਗੋਂ ਪਰੀ ਬੇਰੀ, ਇਹ ਤੇਰੇ ਪੈਰਾਂ 'ਚ ਬੇੜੀ ਪੈ ਗਈ, ਵਿਸ਼ੇ ਸੁੱਖਾਂ ਵਿੱਚ ਇਹੋ ਜਿਹਾ ਫਸ ਗਿਆ ਹੈ। ਸਵੇਰੇ ਨਿਕਲੇ ਕਿਤੇ ਸੰਗਤ ਕਰਨ ਨੂੰ ਤੇ ਸਾਧ ਸੰਗਤ ਜੀ ਉਹ ਸ਼ਾਮ ਨੂੰ ਘਰ ਪਰਤਦੇ ਆ ਵਿਸ਼ਿਆਂ ਦੇ ਮਾਰੇ ਹੋਏ। ਜੇ ਕਿਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਅੜਕੇ ਚੜ ਜਾਣੋ, ਕਹਿੰਦੇ 40 ਦਿਨ ਕਰ ਸੇਵਾ ਇੱਥੇ, ਫਿਰ ਘਰ ਦਾ ਚੇਤਾ ਕਰਦੇ ਆ, ਬਾਰ-ਬਾਰ ਵਿਸ਼ੇ ਚੇਤੇ ਆਉਂਦੇ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਮਰਨ ਭੁੱਲ ਹੀ ਗਿਆ ਜੀਆਂ ਨੂੰ, ਵਿਸ਼ੇ ਸੁੱਖਾਂ ਵਿੱਚ ਫਸ ਗਏ ਆ, ਮਹਿਲ ਮਾੜੀਆਂ ਦੇ ਸੁੱਖਾਂ ਵਿੱਚ ਫਸ ਗਏ ਆ। ਜਰ ਆਈ ਜੋ ਬਨ ਹਾਰਿਆ, ਮਹਾਰਾਜ ਜੀ ਕਹਿੰਦੇ ਵੇਖ ਲੈ ਪਰ ਬੁਢੇਪਾ ਤਾਂ ਨਹੀਂ ਨਾ ਰੁਕਣਾ, ਜਰ ਆਈ ਬੁਢੇਪਾ ਆ ਗਿਆ ਹੀ ਤੇ ਜੋਬਨ ਹਾਰ ਗਿਆ ਹੈ ਤੂੰ। ਫਿਰ ਹੌਲੀ ਹੌਲੀ ਕੀ ਹੁੰਦਾ, ਕਹਿੰਦਾ ਹੁਣ ਗੋਡੇ ਕੰਮ ਨਹੀਂ ਕਰਦੇ। ਕੰਮ ਕਿੱਥੋਂ ਕਰਨ, ਤੂੰ ਪੁੱਠੇ ਕੰਮ ਆਪ ਕੀਤੇ ਸਾਰੇ ਜਿਹੜੇ ਮਹਾਰਾਜ ਇਸ ਪੌੜੀ 'ਚ ਦੱਸੇ ਆ ਵੀ ਤੂੰ ਆਪ ਤਾਂ ਗੁਰਛਰਲੇ ਅਡਾਏ ਆ, ਭਜਨ ਤਾਂ ਕੀਤਾ ਹੀ ਨਹੀਂ, ਅੰਮ੍ਰਿਤ ਵੇਲੇ ਤਾਂ ਉੱਠਿਆ ਹੀ ਨਹੀਂ ਤੂੰ। ਤੇ ਹੁਣ ਕਹਿੰਦਾ ਗੋਡੇ ਦੁਖਦੇ, ਦੁਖਣੇ ਹੀ ਆ ਗੋਡੇ, ਹੁਣ ਤਾਂ ਸਰੀਰ ਨੇ ਜਵਾਬ ਦੇ ਦੇਣਾ ਹੈ। ਹੁਣ ਤਾਂ ਅਜੇ ਵੀ ਜੇ ਤੈਨੂੰ ਸਮਝ ਪੈਂਦੀ ਹੈ ਤੇ ਭਜਨ ਕਰ ਲੈ, ਤੇਰਾ ਸਾਥੀ ਕੋਈ ਨਹੀਂ ਇੱਥੇ ਸੰਸਾਰ ਦੇ ਅੰਦਰ। ਵਾਹਿਗੁਰੂ ਦਾ ਨਾਮ ਜਪ ਲੈ, ਇਹ ਮਹਿਲ ਮਾੜੀਆਂ, ਇਹ ਸੰਸਾਰ ਦਾ ਦਿਖਾਵਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਹਜੂਰ ਕਹਿੰਦੇ ਹਨ ਜਰ ਆਈ ਜੋ ਬਨ ਹਾਰਿਆ, ਜੋਬਨ ਅਵਸਥਾ ਕੀ ਹੈ? ਸ਼ੌਕ ਅਵਸਥਾ। ਵਾਹਿਗੁਰੂ ਜੀ ਨੂੰ ਮਿਲਣ ਦੀ ਸ਼ੌਕ ਅਵਸਥਾ ਰੂਪੀ ਜਵਾਨੀ ਤੇ ਤੂੰ ਹਾਰ ਗਿਆ ਹੈ। ਤੇਰੇ ਅੰਦਰ ਸ਼ੌਕ ਹੀ ਨਹੀਂ ਪੈਦਾ ਹੋਇਆ ਪਰਮੇਸ਼ਰ ਨੂੰ ਮਿਲਣ ਦਾ। ਤੂੰ ਕਦੇ ਚਿੱਤ 'ਚ ਖਿਆਲ ਹੀ ਨਹੀਂ ਕੀਤਾ ਕਿ ਮਨਾ ਸੰਗਤ ਕਰਿਆ ਕਰੀਏ, ਮਨਾ ਕੀਰਤਨ ਸੁਣਿਆ ਕਰੀਏ, ਨਾਮ ਜਪੀਏ। ਬਾਜਾਂ ਵਾਲੇ ਸਤਿਗੁਰਾਂ ਨੇ ਇੰਨੀਆਂ ਦਾਤਾਂ ਦਿੱਤੀਆਂ, ਅੰਮ੍ਰਿਤ ਛਕ ਲਈਏ, ਗੁਰੂ ਵਾਲੇ ਬਣੀਏ, ਕਦੇ ਤੂੰ ਖਿਆਲ ਹੀ ਨਹੀਂ ਕੀਤਾ। ਆਪਣੀ ਸ਼ੌਕ ਅਵਸਥਾ ਰੂਪੀ ਜਵਾਨੀ ਜਦੋਂ ਗਵਾ ਲਈ ਤੇ ਫਿਰ ਕੀ ਹੋਇਆ? ਜੜਤਾ ਰੂਪੀ ਬੁਢੇਪਾ ਆ ਗਿਆ। ਫਿਰ ਤਾਂ ਹੱਥ ਜਦੋਂ ਸਾਧ ਸੰਗਤ ਦੀ ਕੌਲੀ 'ਚ ਕੋਈ ਚੀਜ਼ ਪਾ ਕੇ ਤੇ ਮੂੰਹ ਨੂੰ ਪਾਉਣੀ ਹੁੰਦੀ ਹੈ, ਕੰਬਦੇ ਹੋਏ ਹੱਥ ਮੂੰਹ ਤੱਕ ਚਮਚਾ ਨਹੀਂ ਜਾਂਦਾ ਹੈ, ਉਹ ਵੀ ਡੋਲ ਬੈਂਦਾ ਹੈ, ਕਿਰਿਆ ਕਰਨ ਤੋਂ ਸਮਰੱਥ ਹੋ ਜਾਂਦਾ ਹੈ। ਫਿਰ ਸੋਚਦਾ ਹੈ ਕਿ ਮੈਨੂੰ ਹੁਣ ਮਿਲਣ ਦੀ ਆਸ ਹੋਵੇ, ਤਾਂ ਤਦੋਂ ਪਰਮੇਸ਼ਰ ਨੂੰ ਮਿਲਣ ਦੀ ਆਸਾ ਕੀ ਕਰੇਗਾ ਜਦੋਂ ਤਾਂ ਤੇਰੇ ਸਰੀਰ ਵਿੱਚ ਬਲ ਹੀ ਨਹੀਂ ਰਿਹਾ, ਨਾ ਸੇਵਾ ਕਰ ਸਕਦਾ ਨਾ ਭਜਨ ਕਰ ਸਕਦਾ। ਹੁਣ ਤਾਂ ਤੇਰਾ ਸਰੀਰ ਸੇਵਾ ਦੀ ਮੰਗ ਕਰ ਰਿਹਾ, ਤੂੰ ਕਿਸੇ ਦੇ ਆਸਰੇ ਹੋ ਗਿਆ ਹੈ। ਤੇ ਜੇ ਜਪਿਆ ਹੁੰਦਾ ਨਾਮ, ਮਹਾਰਾਜ ਜੀ ਨਾਮ ਰਸੀਆਂ ਦੇ ਕੋਲ ਅੱਬਲ ਤਾਂ ਪ੍ਰਬੰਧ ਹੀ ਇਹੋ ਜਿਹਾ ਕਰ ਦਿੰਦੇ, ਉਹਨਾਂ ਕੋਲ 100 ਸੇਵਾ ਕਰਨ ਨੂੰ। ਆਪਣੇ ਪੁੱਤ ਭਾਵੇਂ ਨਾ ਹੀ ਹੋਣ ਤੇ ਉਹ ਸੇਵਾਦਾਰ ਹੀ ਖੜੇ ਰਹਿੰਦੇ ਆ। ਤੇ ਮਹਾਰਾਜ ਅੱਬਲ ਤਾਂ ਇੰਨੀ ਬਖਸ਼ਿਸ਼ ਕਰਦੇ, ਉਹ ਤੁਰਦੇ ਫਿਰਦੇ ਹੀ ਫਤਿਹ ਬੁਲਾ ਕੇ ਜਾਂਦੇ ਵੀ ਚੱਲੇ ਆ ਬਈ, ਖੁਸ਼ੀ ਨਾਲ ਜਾਂਦੇ ਆ, ਉਜਲਾ ਮੁਖ ਲੈ ਕੇ ਜਾਂਦੇ ਆ, ਦੱਸ ਕੇ ਜਾਂਦੇ ਆ ਵੀ ਅਸੀਂ ਚੱਲ ਰਹੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਲੈਣ ਆ ਗਏ, ਸੱਚੇ ਪਾਤਸ਼ਾਹ 5 ਪਿਆਰੇ ਲੈਣ ਆ ਗਏ, ਸ਼ਹੀਦ ਸਿੰਘਾਂ ਦਾ ਦਰਸ਼ਨ ਹੋ ਗਿਆ, ਚੱਲੇ ਅਸੀਂ ਪਰਲੋਕ ਨੂੰ ਚੱਲੇ।
ਇੰਨੀ ਤਿਆਰੀ ਕਰਦੇ ਆ, ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਇਹਨਾਂ ਮੰਡਪ ਮਾੜੀਆਂ ਨੂੰ, ਇਹਨਾਂ ਸੁੱਖਾਂ ਨੂੰ ਇਹਨਾਂ ਵਿੱਚ ਚਿੱਤ ਨਹੀਂ ਲਾਇਆ, ਇਹਨਾਂ ਦੇ ਅੰਦਰ ਆਪਣਾ ਮਨ ਨਹੀਂ ਜੋੜਿਆ, ਵਾਹਿਗੁਰੂ ਵਿੱਚ ਆਪਣੇ ਮਨ ਨੂੰ ਜੋੜਿਆ ਹੈ। ਇਹ ਬੈਰਾਗਮਈ ਸਿੱਖਿਆ ਦੇ ਕੇ ਮਹਾਰਾਜ ਪੌੜੀ ਦੀ ਸਮਾਪਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜੜ ਆਈ ਜੋ ਬਨ ਹਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।